You are listening to the online streaming service from Emmanuel Church, Handsworth, Birmingham, UK. ਓਕੇ ਆਓ ਅਸੀਂ ਜੋ ਆਨਲਾਈਨ ਸਰਵਿਸ ਸ਼ੁਰੂ ਹੋ ਰਹੀ ਆ ਬਰਮਿੰਘਮ ਦੇ ਵਿੱਚੋਂ ਮੈਨੂਅਲ ਚਰਚ ਔਰ ਜੋ ਮੈਨੂਅਲ ਚਰਚ ਦੇ ਮੈਂਬਰ ਆ ਭੈਣ ਭਾਈ ਆ ਉਹਨਾਂ ਦਾ ਔਰ ਜੋ ਅਗਰ ਕੋਈ ਬਾਹਰਲੇ ਮੁਲਕ ਦੇ ਵਿੱਚੋਂ ਜਾਂ ਪਹਿਲੀ ਵਾਰੀ ਕੋਈ ਸ਼ਾਮਲ ਹੋ ਰਹੇ ਆ ਉਹਨਾਂ ਦਾ ਅਸੀਂ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਨਿੱਘਾ ਸਵਾਗਤ ਕਰਦੇ ਹਾਂ ਔਰ ਇਹ ਪ੍ਰਾਰਥਨਾ ਕਿ ਪ੍ਰਭੂ ਸਾਨੂੰ ਅੱਜ ਇਸ ਮੀਟਿੰਗ ਦੇ ਵਿੱਚ ਬਰਕਤ ਦੇਵੇ। ਅਸੀਂ ਇੱਕ ਐਤ ਪੜ੍ਹਦੇ ਹਾਂ ਸ਼ੁਰੂ ਦੇ ਵਿੱਚ ਜੋ ਬਹੁਤ ਮਸ਼ਹੂਰ ਐਤ ਹੈਗੀ ਆ ਔਰ ਇਹ ਮਤੀ ਉਹਦੀ 5 ਐਤ ਔਰ 45 ਵਿੱਚ ਇਸ ਤਰ੍ਹਾਂ ਲਿਖਿਆ ਹੋਇਆ, ਤਾਂ ਜੋ ਤੁਸੀਂ ਆਪਣੇ ਪਿਤਾ ਦੇ ਜਿਹੜਾ ਸਵਰਗ ਵਿੱਚ ਹੈ ਪੁੱਤਰ ਹੋਵੋ, ਕਿਉਂ ਜੋ ਉਹ ਆਪਣਾ ਸੂਰਜ ਬੁਰਿਆਂ ਅਤੇ ਭਲਿਆਂ ਉੱਤੇ ਚਾੜ੍ਹਦਾ ਹੈ ਅਤੇ ਧਰਮੀਆਂ ਅਤੇ ਧਰਮੀਆਂ ਉੱਤੇ ਮੀਂਹ ਵਰਸਾਉਂਦਾ ਹੈ। ਇੱਥੇ ਗੱਲ ਦੇਖਦੇ ਹਾਂ ਕਿ ਜੋ ਇੱਕ ਸੱਚਾ ਜਿੰਦਾ ਪਰਮੇਸ਼ਰ ਸਵਰਗੀ ਪਿਤਾ ਜਿਹੜਾ ਧਰਮੀ ਔਰ ਧਰਮੀਆਂ ਉੱਤੇ ਦਇਆ ਕਰਦਾ ਆ। ਬਾਅਦ 'ਚ ਲਿਖਿਆ ਕਿ ਕੋਈ ਵੀ ਇਨਸਾਨ ਧਰਮੀ ਨਹੀਂ ਹੈਗਾ, ਪਰ ਧਰਮੀ ਕਿਹਨਾਂ ਨੂੰ ਕਹਿੰਦਾ ਆ ਕਿ ਜਿਹੜੇ ਪ੍ਰਭੂ ਯਿਸੂ ਮਸੀਹ 'ਤੇ ਵਿਸ਼ਵਾਸ ਕਰਦੇ, ਜਿਨ੍ਹਾਂ ਨੇ ਤੌਬਾ ਕਰ ਲਈ ਆ ਔਰ ਮੁਕਤੀਦਾਤਾ ਕਰਕੇ ਮੰਨ ਲਿਆ, ਉਹਨਾਂ ਦੀ ਗੱਲ ਧਰਮੀਆਂ ਦੀ ਕਰਦਾ। ਔਰ ਧਰਮੀ ਉਹ ਕਿ ਜਿਨ੍ਹਾਂ ਨੇ ਭਾਵੇਂ ਹਾਲੇ ਪ੍ਰਭੂ ਯਿਸੂ ਮਸੀਹ ਨੂੰ ਨਹੀਂ ਜਾਣਿਆ, ਉਹ ਮੂਰਤੀ ਪੂਜ ਕੇ ਆ ਜਾਂ ਆਪਣੇ ਖਿਆਲਾਂ ਦੇ ਝੂਠੇ ਦੇਵ ਦੇਵਤਿਆਂ ਨੂੰ ਪੂਜਦੇ ਆ, ਪਰਮੇਸ਼ਰ ਉਹਨਾਂ 'ਤੇ ਵੀ ਦਇਆਵਾਨ ਹੈ, ਉਹਨਾਂ ਨੂੰ ਵੀ ਮੀਂਹ ਦਿੰਦਾ ਆ, ਉਹਨਾਂ ਨੂੰ ਵੀ ਧੁੱਪ ਦਿੰਦਾ ਆ, ਉਹਨਾਂ ਦੀਆਂ ਵੀ ਜੋ ਫਸਲਾਂ ਉਹਨਾਂ ਨੂੰ ਪ੍ਰਭੂ ਬਰਕਤ ਦਿੰਦਾ ਉਗਾਉਂਦਾ ਆ। ਔਰ ਅਸੀਂ ਖਾਸ ਕਰ ਉਹਦੇ ਲੋਕ ਹੁੰਦੇ ਹੋ ਜੋ ਪ੍ਰਭੂ ਨੂੰ ਜਾਣਦੇ ਹਾਂ, ਜਿਹੜੇ ਧਰਮੀ ਉਹਦੀ ਨਿਗਾਹ ਵਿੱਚ ਗਿਣੇ ਗਏ ਆ ਪ੍ਰਭੂ ਦਾ ਕਰਕੇ, ਔਰ ਸਾਡਾ ਇਹ ਫਰਜ਼ ਹੈ ਕਿ ਅਸੀਂ ਉਹਦੀ ਸਤੁਤੀ, ਉਹਦੀ ਮਹਿਮਾ, ਉਹਦੀ ਪ੍ਰਸ਼ੰਸਾ ਔਰ ਉਹਦੀ ਵਡਿਆਈ ਕਰੀਏ। ਸੋ ਅਸੀਂ ਹੁਣ ਅਗਲਾ ਗੀਤ ਜਿਹੜਾ ਰਲ ਕੇ ਸਾਰਿਆਂ ਨੇ ਗਾਉਣਾ ਆ, ਸਕਰੀਨ 'ਤੇ ਆਊਗਾ ਔਰ ਅਸੀਂ ਪ੍ਰਭੂ ਦੀ ਮਹਿਮਾ ਦੇ ਵਾਸਤੇ ਅਸੀਂ ਇਹ ਰਲ ਕੇ ਗੀਤ ਗਾਵਾਂਗੇ। ਜਗਤ ਵਿੱਚ ਆਇਆ ਹੈ ਤਾਰਨਹਾਰ, ਸੁਣ ਕਰ ਸਭ ਪਾਪੀਆਂ ਦੀ ਪੁਕਾਰ। ਜਗਤ ਵਿੱਚ ਆਇਆ ਹੈ ਤਾਰਨਹਾਰ, ਡਿੱਗਿਆ ਹੋਇਆਂ ਨੂੰ ਉਸਨੇ ਚੁੱਕਿਆ, ਪਾਪ ਦੀ ਜੜ ਨੂੰ ਉਸਨੇ ਪੁੱਟਿਆ, ਕਰ ਦਿੱਤਾ ਬੇੜਾ ਪਾਰ। ਹਾਂ, ਕਰ ਦਿੱਤਾ ਬੇੜਾ ਪਾਰ। ਜਗਤ ਵਿੱਚ ਆਇਆ ਹੈ ਤਾਰਨਹਾਰ, ਪਾਪ ਪਿਆਲਾ ਉਸਨੇ ਪੀਤਾ ਸੀ, ਮਰ ਕੇ ਮੌਤ ਨੂੰ ਜਿੱਤ ਲਿਆ ਸੀ, ਖੋਲ੍ਹਿਆ ਸਵਰਗ ਦਾ ਦਵਾਰ। ਹਾਂ, ਖੋਲ੍ਹਿਆ ਸਵਰਗ ਦਾ ਦਵਾਰ। ਜਗਤ ਵਿੱਚ ਆਇਆ ਹੈ ਤਾਰਨਹਾਰ, ਉਠੋ ਔਰ ਉੱਠ ਕੇ ਸਭ ਮਿਲ ਗਾਓ, ਯਿਸੂ ਮਸੀਹ ਦਾ ਨਾਮ ਸੁਣਾਓ, ਕਰੋ ਪ੍ਰੇਮ ਦਾ ਪ੍ਰਚਾਰ। ਹਾਂ, ਕਰੋ ਪ੍ਰੇਮ ਦਾ ਪ੍ਰਚਾਰ। ਜਗਤ ਵਿੱਚ ਆਇਆ ਹੈ ਤਾਰਨਹਾਰ, ਸੁਣ ਕਰ ਸਭ ਪਾਪੀਆਂ ਦੀ ਪੁਕਾਰ। ਜਗਤ ਵਿੱਚ ਆਇਆ ਹੈ ਤਾਰਨਹਾਰ, ਜਗਤ ਵਿੱਚ ਆਇਆ ਹੈ ਤਾਰਨਹਾਰ। ਹੁਣ ਅਸੀਂ ਪ੍ਰਭੂ ਦੇ ਅੱਗੇ ਪ੍ਰਾਰਥਨਾ ਵਿੱਚ ਆਉਂਦੇ ਹਾਂ, ਸੋ ਆਓ ਅਸੀਂ ਰਲ ਕੇ ਪ੍ਰਾਰਥਨਾ ਕਰੀਏ।
ਸਵਰਗੀ ਪਿਤਾ ਜਿੰਦਾ ਪਰਮੇਸ਼ਰ, ਤੁਹਾਡਾ ਧੰਨਵਾਦ ਕਰਦੇ ਹਾਂ। ਸੱਚਮੁੱਚ ਤੁਸੀਂ ਭਲੇ ਪਰਮੇਸ਼ਰ ਹੈ ਭਾਅ ਜੀ। ਔਰ ਤੁਸੀਂ ਭਾਅ ਜੀ ਇਨਸਾਨ ਭਾਵੇਂ ਜੋ ਤੁਹਾਨੂੰ ਨਹੀਂ ਵੀ ਜਾਣਦੇ, ਨਹੀਂ ਵੀ ਤੁਹਾਡੀ ਉਪਾਸਨਾ ਦਿਲੋਂ ਕਰਦੇ, ਫਿਰ ਵੀ ਤੁਸੀਂ ਭਾਅ ਜੀ ਉਹਨਾਂ ਦੇ ਨਾਲ ਭਲਾਈ ਕਰਦੇ ਆ ਭਾਅ ਜੀ। ਥੈਂਕ ਯੂ। ਅੱਜ ਤੱਕ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ, ਖਾਸ ਕਰ ਤੁਹਾਡੇ ਆਪਣੀ ਪ੍ਰਜਾ ਹੁੰਦੇ ਹੋਏ ਸਾਨੂੰ ਆਪਣੀ ਨੇਚਾ ਵਿੱਚ ਬਣਾਈ ਰੱਖਿਆ, ਤੁਹਾਡਾ ਸ਼ੁਕਰ ਕਰਦੇ ਹਾਂ। ਔਰ ਭਾਅ ਜੀ ਇਸ ਵੇਲੇ ਹੁਣ ਜੋ ਇਸ ਮੁਲਕ ਦੇ ਹਾਲਾਤ ਆ, ਔਰ ਖਾਸ ਕਰ ਜੋ ਬੱਚੇ ਸਕੂਲ ਜਾਣਾ ਸ਼ੁਰੂ ਹੋ ਗਏ ਆ, ਯੂਨੀਵਰਸਿਟੀਜ਼ ਖੁੱਲ੍ਹ ਗਈਆਂ, ਸੁਸਾਇਟੀ ਜੋ ਕੰਮਾਂ ਕਾਰਾਂ ਦੇ ਵਿੱਚ ਲੋਕ ਜਾਣੇ ਸ਼ੁਰੂ ਹੋ ਗਏ ਆ, ਇਹ ਪ੍ਰਭੂ ਜੀ ਪ੍ਰਾਰਥਨਾ ਕਿ ਜੋ ਇਹ ਸਮਾਂ ਆ ਹੋਰ ਪ੍ਰਭੂ ਜੀ ਸਪਾਇਕ ਨਾ ਹੋਵੇ, ਜੋ ਨੰਬਰ ਆਪਣਾ ਹੋਣ, ਔਰ ਤੁਸੀਂ ਭਾਅ ਜੀ ਦਇਆ ਕਰਨੀ ਇਸ ਮੁਲਕ ਦੇ ਔਰ ਖਾਸ ਕਰ ਦੁਨੀਆ ਦੇ ਵਿੱਚ ਜੋ ਵੀ ਇਸ ਵੇਲੇ ਹਾਲਾਤ ਆ। ਔਰ ਸਭ ਤੋਂ ਵੱਡੀ ਗੱਲ, ਜੋ ਤੁਸੀਂ ਇਨਸਾਨੀਅਤ ਨੂੰ ਜਗਾਉਣਾ ਚਾਹੁੰਦੇ ਆ ਪਰ ਜੀ, ਤੁਸੀਂ ਆਪਣੀ ਮਰਜ਼ੀ ਤੁਹਾਡੀ ਪੂਰੀ ਹੋਵੇ ਔਰ ਬਹੁਤ ਸਾਰੇ ਲੋਕ ਜਾਗਰਤ ਵਿੱਚ ਇਸ ਵੇਲੇ ਆਉਣ ਭਾਅ ਜੀ। ਔਰ ਜੋ ਸਾਡੇ ਲੋੜਵੰਦ ਹੈਗੇ ਆ ਭੈਣ ਭਾਈ, ਭੈਣ ਗੀਤਾ ਬੇਨ ਦੀ ਮਮ ਵਾਸਤੇ, ਔਰ ਜੋ ਵੀ ਪ੍ਰਭੂ ਜੋ ਇਸ ਵੇਲੇ ਦੀ ਸਿਹਤ ਆ ਤੁਸੀਂ ਜਾਣਦੇ ਆ, ਹਰਨ ਵਾਸਤੇ ਕਾਫੀ ਦੇਰ ਤੋਂ ਕਰਦੇ ਆਏ ਆ ਪ੍ਰਾਰਥਨਾ, ਔਰ ਭਾਅ ਜੀ ਉਹਦੇ ਵਾਸਤੇ, ਉਹਦੇ ਪਰਿਵਾਰ ਵਾਸਤੇ, ਉਹਨਾਂ ਦੀ ਮੁਕਤੀ ਵਾਸਤੇ ਭਾਅ ਜੀ ਖਾਸ ਕਰਕੇ। ਔਰ ਭਾਈ ਨਿਰੰਜਨ ਉਹਨਾਂ ਦਾ ਜੋ ਬ੍ਰਦਰ ਹੌਸਪੀਟਲ ਦੇ ਵਿੱਚ ਆ ਇਸ ਵੇਲੇ ਭਾਅ ਜੀ, ਤੁਸੀਂ ਉਹਨੂੰ ਜਾਣਦੇ ਆ, ਉਹਦੀ ਇਹ ਵੀ ਕਿ ਮੁਕਤੀ ਔਰ ਸਿਹਤ ਵਾਸਤੇ ਭਾਅ ਜੀ। ਜੋ ਇਹਨਾਂ ਦਿਨਾਂ ਵਿੱਚ ਭਾਅ ਜੀ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਮੌਤ ਆਲੇ ਦੁਆਲੇ ਆ, ਔਰ ਜੋ ਕੋਵਿਡ-19 ਦੇ ਨਾਲ ਜਾਂ ਕੋਈ ਹੋਰ ਲੋਕੀ ਭਾਅ ਜੀ ਮਰ ਰਹੇ ਕੈਂਸਰ ਦੇ ਨਾਲ, ਜਾਂ ਕੋਈ ਪਰ ਜੀ ਅਸੀਂ ਇਹ ਪ੍ਰਾਰਥਨਾ ਕਰਦੇ ਹਾਂ ਕਿ ਲੋਕ ਦੇਖਣ। ਔਰ ਜੋ 2 ਜਿਹੜੇ ਬੁੱਧਵਾਰ ਨੂੰ ਹੋਣੇ ਆ ਫਿਊਨਰਲ, ਆਪਣੇ ਪਾਸਟਰ ਦੀ ਫੈਮਿਲੀ ਨੂੰ ਯਾਦ ਕਰਦੇ ਹਾਂ, ਜੋ ਉਹਨਾਂ ਦੀ ਨੀਸ, ਔਰ ਖਾਸ ਕਰ ਭਾਅ ਜੀ ਆਪਣੇ ਦਾਸ ਨੂੰ ਤੁਸੀਂ ਉੱਥੇ ਵਚਨ ਆਪਣੇ ਦੇਣੇ, ਤੁਹਾਡੀ ਮਹਿਮਾ, ਤੁਹਾਡੀ ਵਡਿਆਈ ਵਾਸਤੇ ਭਾਅ ਜੀ ਬੋਲੇ ਜਾਣ, ਔਰ ਦਿਲਾਂ ਦੇ ਵਿੱਚ ਭਾਅ ਜੀ ਤੁਹਾਡਾ ਕੰਮ ਹੋਵੇ। ਜੋ ਭੈਣ ਰਾਮ ਆਸਰੀ ਉਹਨਾਂ ਦੇ ਡੋਟਨ ਲੋ ਹੈਗੀ ਆ, ਉਹਨਾਂ ਦੀ ਸੁਸ਼ਮਾ ਦੇ ਡੈਡ ਦੀ ਡੈਥ ਹੋਈ ਆ, ਉਹਦਾ ਵੀ ਫਿਊਨਰਲ ਆ ਬੁੱਧਵਾਰ ਸੋ ਭਾਅ ਜੀ, ਉਹਨਾਂ ਨੂੰ ਵੀ ਤੁਹਾਡੇ ਹਜ਼ੂਰ ਲੈ ਕੇ ਆਉਂਦੇ ਆ। ਪ੍ਰਿਆ ਨੇ ਦੱਸਿਆ ਸੀਗਾ ਕਿ ਜੋ ਉਹਨਾਂ ਦੇ ਜਾਣਦੇ ਆ ਅਮਰੀਕਾ ਦੇ ਵਿੱਚ ਸਹੇਲੀ ਜਿਨ੍ਹਾਂ ਦੇ ਹਸਬੈਂਡ ਦੀ ਡੈਥ ਹੋਈ ਆ, ਪਰ ਜੀ ਤੁਸੀਂ ਉਹਨਾਂ 'ਤੇ ਵੀ ਦਇਆ ਕਰਨੀ, ਔਰ ਖਾਸ ਕਰ ਇਸ ਦੁੱਖ ਦੇ ਸਮੇਂ ਵਿੱਚ ਜਦੋਂ ਸੋਗ ਕਰਦੇ ਆ, ਜੋ ਸਵਰਗ ਤੋਂ ਤੁਸੀਂ ਭਾਅ ਜੀ ਸ਼ਾਂਤੀ ਤਸੱਲੀ ਦਿੰਦੇ ਆ, ਇਨਸਾਨਾਂ ਵਾਂਗੂ ਨਹੀਂ, ਤੁਸੀਂ ਭਾਅ ਜੀ ਇਹਨਾਂ ਪਰਿਵਾਰਾਂ 'ਤੇ ਦਇਆ ਕਰਨੀ। ਹੋਰ ਕੋਈ ਅਗਰ ਸਾਡੇ ਵਿਚਕਾਰ ਕੋਈ ਦੁੱਖ ਦੇ ਵਿੱਚ ਲੰਘ ਰਿਹਾ, ਕੋਈ ਸਰੀਰਕ ਤੌਰ 'ਤੇ ਬਿਮਾਰੀ ਵਿੱਚ ਆ, ਤੁਸੀਂ ਭਾਅ ਜੀ ਉਹਨਾਂ ਦੇ ਵੀ ਨਾਲ ਹੋਣਾ। ਔਰ ਅੱਜ ਦਾ ਸੁਬਾਹ ਦਾ ਵਚਨ ਤੁਹਾਡੇ ਦਾਸ ਨੇ ਖੋਲ੍ਹਣਾ ਆ, ਤੁਸੀਂ ਭਾਅ ਜੀ ਆਪਣੇ ਦਾਸ ਨੂੰ ਸਵਰਗ ਤੋਂ ਮਸਾ ਕਰਨਾ, ਔਰ ਸੁਣਨ ਵਾਲਿਆਂ ਦੇ ਦਿਲਾਂ ਦੇ ਵਿੱਚ ਭਾਅ ਜੀ ਤੁਹਾਡਾ ਕੰਮ ਹੋਵੇ। ਇਹ ਮੰਗਦੇ ਆ ਸਾਰਾ ਕੁਛ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ, ਆਮੀਨ। ਹੁਣ ਇਸ ਹਫਤੇ ਦੇ ਜਿਹੜੇ ਨੋਟਿਸ ਆ, ਐਲਾਨ ਆ, ਤੁਸੀਂ ਉਹ ਸੁਣਨੇ ਆ। ਅੱਜ ਸ਼ਾਮ ਨੂੰ ਅਸੀਂ 5 ਵਜੇ ਜਿਸ ਤਰ੍ਹਾਂ ਸ਼ੁਰੂ ਕੀਤਾ ਹੋਇਆ, ਦੁਪਹਿਰ ਤੋਂ ਬਾਅਦ ਮੰਡਲੀ ਦੇ ਵਿੱਚ ਆਉਣਾ, ਅਸੀਂ ਇਕੱਠੇ ਹੋਵਾਂਗੇ 5 ਵਜੇ। ਔਰ ਜਿਸ ਤਰ੍ਹਾਂ ਕਿਹਾ ਜਾਂਦਾ ਕਿ ਤੁਸੀਂ 5 ਤੋਂ ਪਹਿਲਾਂ ਆਓ, ਜੋ ਵੀ ਨਾਂ ਰਜਿਸਟਰ ਵਗੈਰਾ ਕਰਨੇ ਹੁੰਦੇ ਆ ਉਹਦੇ ਵਾਸਤੇ ਵੀ ਟਾਈਮ ਚਾਹੀਦਾ। ਔਰ ਤਕੀਦ ਇਹ ਕਰਦੇ ਹਾਂ ਕਿ ਜੇ ਸਾਨੂੰ ਇਜਾਜ਼ਤ ਮਿਲੀ ਆ ਤਾਂ ਇਹਦੇ ਵਿੱਚ ਅਸੀਂ ਸ਼ਾਮਲ ਹੋਈਏ। ਇਹ ਬਹੁਤ ਬਰਕਤ ਵਾਲੀ ਗੱਲ ਹੈ, ਔਰ ਇੱਕ ਦੂਸਰੇ ਨੂੰ ਅਸੀਂ ਦੇਖਦੇ ਹਾਂ, ਸਾਨੂੰ ਹੌਸਲਾ ਮਿਲਦਾ ਜਦੋਂ ਅਸੀਂ ਪ੍ਰਭੂ ਦੀ ਹਜ਼ੂਰੀ ਵਿੱਚ ਇਕੱਠੇ ਆਉਂਦੇ ਹਾਂ। ਸੋ ਇਹ ਅੱਜ ਸ਼ਾਮੀ 5 ਵਜੇ ਹੋਊਗਾ। ਔਰ ਜਿਹੜੇ ਜ਼ੂਮ ਤੋਂ ਹੁੰਦੇ ਆ ਉਹਨਾਂ ਦੇ ਵਾਸਤੇ ਵੀ ਇੰਤਜ਼ਾਮ ਆ, ਸਾਊਂਡ ਵੀ ਹੁਣ ਕਾਫੀ ਦੱਸ ਰਹੇ ਸੀ ਕਿ ਠੀਕ ਆ। ਸੋ ਜ਼ੂਮ ਤੋਂ ਵੀ ਜ਼ੂਮ ਦੇ ਵਿੱਚ ਵੀ ਉਹਦੇ ਨਾਲ ਅਟੈਂਡ ਕਰ ਸਕਦੇ ਆ। ਮੰਗਲਵਾਰ ਨੂੰ ਭੈਣ ਭਾਈ ਜੋ ਪੰਜਾਬੀ ਦੇ ਵਿੱਚ ਪ੍ਰਾਰਥਨਾ ਕਰਦੇ ਹੁੰਦੇ ਆ, 7 ਵਜੇ ਮੀਟਿੰਗ ਹੋਗੀ ਜ਼ੂਮ ਦੇ ਉੱਤੇ। ਔਰ ਬੁੱਧਵਾਰ ਨੂੰ 7 ਵਜੇ ਜ਼ੂਮ ਦੇ ਉੱਤੇ ਮੀਟਿੰਗ ਹੋਊਗੀ, ਜੋ ਭੈਣ ਭਾਈ ਅੰਗਰੇਜ਼ੀ ਦੇ ਵਿੱਚ ਪ੍ਰਾਰਥਨਾ ਜਾਂ ਉਹਨਾਂ ਦੀ ਜਿਹੜੀ ਬੋਲੀ ਹੈਗੀ ਆ। ਸ਼ੁੱਕਰਵਾਰ ਨੂੰ ਜਿਹੜਾ ਸੰਡੇ ਸਕੂਲ ਆ ਉਹ 6 ਵਜੇ ਹੁੰਦਾ ਆ, ਔਰ ਮਾਪਿਆਂ ਨੂੰ ਕਿਹਾ ਜਾਂਦਾ ਕਿ ਆਪਣੇ ਬੱਚਿਆਂ ਨੂੰ ਤਿਆਰ ਕਰਨ
ਔਰ ਉਹਦੇ ਵਿੱਚ ਸ਼ਾਮਲ ਕਰਨ। ਇਹ ਬਹੁਤ ਜ਼ਰੂਰੀ ਹੈ। ਔਰ ਪ੍ਰਭੂ ਦੀ ਮਰਜ਼ੀ ਹੋਈ ਤਾਂ ਅਗਲੇ ਐਤਵਾਰ ਅਸੀਂ ਇਕੱਠੇ ਹੋਵਾਂਗੇ ਜਿਸ ਤਰ੍ਹਾਂ ਸ਼ੁਰੂ ਹੁੰਦੀ ਆ, ਔਰ 5 ਵਜੇ ਅਸੀਂ ਫਿਰ ਮੰਡਲੀ ਦੇ ਵਿੱਚ ਸ਼ਾਮਲ ਹੋਵਾਂਗੇ। ਇੱਥੇ ਅਸੀਂ ਆਵਾਂਗੇ। ਸੋ ਮਿਹਰਬਾਨੀ ਕਰਕੇ ਤੁਸੀਂ ਇਹਦੇ ਵਿੱਚ ਆਉਣਾ ਔਰ ਸ਼ਾਮਲ ਹੋਣਾ। ਅੱਜ ਦਾ ਵਚਨ ਅਸੀਂ ਪ੍ਰਭੂ ਦਾ ਪੜ੍ਹਨਾ ਆ। ਇਹ ਦੂਸਰਾ ਕਰੰਥੀਆਂ ਉਹਦਾ 4 ਅਧਿਆਇ ਤਕਰੀਬਨ ਸਾਰਾ ਦੇਖਣਾ ਭਾਈ ਨੇ, ਪਰ ਅਸੀਂ ਜਿਹੜੀ ਐਤ ਆ ਉਹ 1 ਤੋਂ 9 ਪੜ੍ਹਾਂਗੇ ਅਤੇ ਉਸ ਤੋਂ ਬਾਅਦ 16 ਤੋਂ 18। ਦੂਸਰਾ ਕਰੰਥੀਆਂ 4 ਅਧਿਆਇ 1 ਤੋਂ 9 ਪਹਿਲਾਂ ਪੜ੍ਹਾਂਗੇ, ਫਿਰ 16 ਤੋਂ 18 ਤੱਕ। ਉਪਰੰਤ ਜਦੋਂ ਅਸਾਂ ਇਹ ਸੇਵਕਾਈ ਪਾਈ ਹੈ ਤਾਂ ਜਿਵੇਂ ਸਾਡੇ ਉੱਤੇ ਦਇਆ ਹੋਈ, ਅਸੀਂ ਹੌਸਲਾ ਨਹੀਂ ਹਾਰਦੇ, ਸਗੋਂ ਅਸਾਂ ਸ਼ਰਮ ਦੀਆਂ ਗੁਪਤ ਗੱਲਾਂ ਨੂੰ ਛੱਡਿਆ ਹੋਇਆ ਹੈ ਅਤੇ ਨਾ ਚਤੁਰਾਈ ਦੀ ਚਾਲ ਚੱਲਦੇ ਹਾਂ। ਪਰਮੇਸ਼ਰ ਦੇ ਬਚਨ ਵਿੱਚ ਰਲਾ ਪਾਉਂਦੇ ਹਾਂ, ਸਗੋਂ ਸੱਚ ਨੂੰ ਪ੍ਰਗਟ ਕਰਕੇ ਹਰੇਕ ਮਨੁੱਖ ਦੇ ਅੰਤःਕਰਨ ਵਿੱਚ ਪਰਮੇਸ਼ਰ ਦੇ ਅੱਗੇ ਆਪਣਾ ਪ੍ਰਮਾਣ ਦਿੰਦੇ ਹਾਂ। ਅਤੇ ਜੇ ਸਾਡੀ ਖੁਸ਼ਖਬਰੀ ਉੱਤੇ ਪਰਦਾ ਪਿਆ ਹੋਇਆ ਹੈ ਤਾਂ ਉਹ ਉਹਨਾਂ ਅੱਗੇ ਕੱਜਿਆ ਹੋਇਆ ਹੈ ਜਿਹੜੇ ਨਾਸ਼ ਹੋ ਰਹੇ ਹਨ, ਜਿਨ੍ਹਾਂ ਵਿੱਚ ਇਸ ਯੁੱਗ ਦੇ ਈਸ਼ਵਰ ਨੇ ਬੇਪਰਤੀਤੀਆਂ ਦੀਆਂ ਬੁੱਧਾਂ ਅੰਨੀਆਂ ਕਰ ਦਿੱਤੀਆਂ, ਅਤੇ ਮਸੀਹ ਜੋ ਪਰਮੇਸ਼ਰ ਦਾ ਸਰੂਪ ਹੈ ਉਹ ਤੇਜ ਦੀ ਖੁਸ਼ਖਬਰੀ ਦਾ ਚਾਨਣ ਉਹਨਾਂ 'ਤੇ ਪ੍ਰਕਾਸ਼ ਹੋਵੇ। ਕਿਉਂ ਜੋ ਅਸੀਂ ਆਪਣਾ ਨਹੀਂ ਸਗੋਂ ਯਿਸੂ ਮਸੀਹ ਦਾ ਪ੍ਰਚਾਰ ਕਰਦੇ ਹਾਂ ਬਈ ਉਹ ਪ੍ਰਭੂ ਹੈ, ਅਤੇ ਅਸੀਂ ਆਪ ਯਿਸੂ ਦੇ ਨਿਮਿਤ ਤੁਹਾਡੇ ਦਾਸ ਹਾਂ। ਕਿਉਂ ਜੋ ਪਰਮੇਸ਼ਰ ਜਿਹਨੇ ਆਖਿਆ ਸੀ ਜੋ ਹਨੇਰਿਓਂ ਚਾਨਣ ਚਮਕੇ, ਉਹ ਸਾਡਿਆਂ ਮਨਾਂ ਵਿੱਚ ਚਮਕਿਆ, ਬਈ ਪਰਮੇਸ਼ਰ ਦਾ ਤੇਜ ਗਿਆਨ ਮਸੀਹ ਦੇ ਮੁਖ ਵਿੱਚ ਪ੍ਰਕਾਸ਼ ਕਰੇ। ਪਰ ਇਹ ਖਜ਼ਾਨਾ ਸਾਡੇ ਕੋਲ ਮਿੱਟੀ ਦੀਆਂ ਭਾਂਡਿਆਂ ਵਿੱਚ ਹੈ, ਤਾਂ ਜੋ ਇਹ ਸਮਰੱਥਾ ਦਾ ਹੱਥ ਵੱਡਾ ਮਹਾਤਮ ਪਰਮੇਸ਼ਰ ਦੀ ਵੱਲੋਂ ਨਾ ਸਾਡੀ ਵੱਲੋਂ ਮਾਲੂਮ ਹੋਵੇ। ਅਸੀਂ ਸਭ ਪਾਸਿਓਂ ਕਸ਼ਟ ਵਿੱਚ ਹਾਂ ਪਰ ਮਿੱਧੇ ਨਹੀਂ ਗਏ, ਦੁਬਦਾ ਵਿੱਚ ਹਾਂ ਪਰ ਹੱਦੋਂ ਵੱਧ ਨਹੀਂ, ਸਤਾਏ ਜਾਂਦੇ ਹਾਂ ਪਰ ਇਕੱਲੇ ਨਹੀਂ ਛੱਡੇ ਜਾਂਦੇ, ਡੇਗੇ ਜਾਂਦੇ ਹਾਂ ਪਰ ਨਾਸ਼ ਨਹੀਂ ਹੁੰਦੇ। 16 ਤੋਂ 18। ਇਸ ਕਾਰਨ ਅਸੀਂ ਹੌਸਲਾ ਨਹੀਂ ਹਾਰਦੇ, ਸਗੋਂ ਭਾਵੇਂ ਸਾਡੀ ਬਾਹਰਲੀ ਇਨਸਾਨੀਅਤ ਨਾਸ਼ ਹੁੰਦੀ ਜਾਂਦੀ ਹੈ, ਪਰ ਅੰਦਰਲੀ ਇਨਸਾਨੀਅਤ ਦਿਨੋਂ ਦਿਨ ਨਵੀਂ ਹੁੰਦੀ ਜਾਂਦੀ ਹੈ। ਕਿਉਂ ਜੋ ਸਾਡਾ ਹੌਲਾ ਜਿਹਾ ਕਸ਼ਟ ਜਿਹੜਾ ਛਿਨ ਭਰਦਾ ਹੈ ਭਾਰੀ ਸਗੋਂ ਅਤੇ ਸਦੀਪਕ ਵਡਿਆਈ ਨੂੰ ਸਾਡੇ ਲਈ ਤਿਆਰ ਕਰਦਾ ਹੈ। ਅਸੀਂ ਦਿਸਣ ਵਾਲੀਆਂ ਵਸਤਾਂ ਨੂੰ ਤਾਂ ਨਹੀਂ ਸਗੋਂ ਅਣਡਿੱਠ ਵਸਤਾਂ ਵਿੱਚ ਧਿਆਨ ਕਰਦੇ ਹਾਂ। ਕਿਉਂ ਜੋ ਦਿਸਣ ਵਾਲੀਆਂ ਵਸਤਾਂ ਅਨਿੱਤ ਹਨ ਪਰ ਅਣਡਿੱਠ ਵਸਤਾਂ ਨਿੱਤ ਹਨ। ਪ੍ਰਭੂ ਇਸ ਬਚਨਾਂ ਨੂੰ ਬਰਕਤ ਦੇਵੇ। ਇਸ ਤੋਂ ਪਹਿਲਾਂ ਕਿ ਪ੍ਰਭੂ ਦਾ ਦਾਸ ਆ ਕੇ ਇਹਨਾਂ ਬਚਨਾਂ ਨੂੰ ਖੋਲ੍ਹੇ ਸਾਡੇ ਵਾਸਤੇ, ਅਸੀਂ ਰਲ ਕੇ ਜੋ ਸਕਰੀਨ 'ਤੇ ਗੀਤ ਅਗਲਾ ਆਉਂਦਾ ਆ ਉਹਨੂੰ ਅਸੀਂ ਪ੍ਰਭੂ ਦੀ ਮਹਿਮਾ ਦੇ ਵਾਸਤੇ ਸਾਰੇ Your power
want to bring a word of encouragement to you. ਅੱਜ ਸਵੇਰ ਜੋ ਵਚਨ ਹੈ ਉਹਦਾ ਮਕਸਦ ਹੈ ਕਿ ਤੈਨੂੰ ਹੌਸਲਾ ਮਿਲ ਸਕੇ। The word encourage contains the word courage, which means being brave or strong in the face of an ordeal or adversity. ਹੌਸਲੇ ਦਾ ਮਤਲਬ ਇਹ ਹੈ ਕਿ ਜਦੋਂ ਕਿਸੇ ਹਾਲਾਤ ਦੇ ਵਿੱਚ ਔਖੇ ਸਮੇਂ ਦੇ ਵਿੱਚ ਲੰਘ ਕੇ ਜਾਣਾ ਹੁੰਦਾ ਆ, ਫਿਰ ਤਕੜੇ ਹੋਣਾ, ਮਜ਼ਬੂਤ ਹੋਣਾ ਉਹਦੇ ਵਿੱਚ ਲੰਘਣ ਵਾਸਤੇ। So to encourage someone means giving someone courage or confidence or strength to face their difficult situation. ਕਿਸੇ ਨੂੰ ਹੌਸਲਾ ਦੇਣ ਦਾ ਮਤਲਬ ਹੈ ਕਿ ਉਹਨਾਂ ਨੂੰ ਤਿਆਰ ਕਰਨਾ, ਉਹਨਾਂ ਨੂੰ ਮਜ਼ਬੂਤ ਕਰਨਾ, ਉਹਨਾਂ ਨੂੰ ਤਸੱਲੀ ਦੇਣੀ, ਉਹਨਾਂ ਨੂੰ ਕਹਿਣਾ ਕਿ ਤੁਸੀਂ ਤਕੜੇ ਹੋ ਕੇ ਜੋ ਵੀ ਤੁਹਾਡੇ ਹਾਲਾਤ ਆ ਉਹਦੇ ਵਿੱਚ ਤੁਸੀਂ ਲੰਘਣਾ ਪਾਰ ਹੋਣਾ। So they don't give up, but they carry on and continue to face up to things, and they do not quit. ਕਿ ਮਤਲਬ ਜੋ ਵੀ ਹਾਲਾਤ ਉਹਨਾਂ ਦੇ ਹੋਣ ਉਹਦੇ ਵਿੱਚ ਉਹ ਤਕੜੇ ਹੋ ਕੇ ਮਜ਼ਬੂਤ ਹੋ ਕੇ ਲੰਘਣ, ਤੇ ਇਹ ਨਾ ਹੋਵੇ ਕੋਈ ਦਿਲ ਹਾਰ ਦੇਣ ਔਰ ਉਹ ਹਾਲਾਤ ਦੇ ਵਿੱਚ ਪੂਰੇ ਪਾਰ ਨਾ ਹੋਣ। When I was about 23 years old, I had come out of the world. I had been a Christian for about a year and a half. ਜਦੋਂ ਮੈਂ 23 ਸਾਲ ਦੀ ਮੇਰੀ ਉਮਰ ਸੀਗੀ ਔਰ ਮੈਂ ਦੁਨੀਆ ਦੇ ਵਿੱਚੋਂ ਬਾਹਰ ਆ ਗਿਆ ਔਰ ਪ੍ਰਭੂ ਯਿਸੂ ਮਸੀਹ ਦੇ ਵਿੱਚ ਮੈਨੂੰ 1.5 ਸਾਲ ਹੋਏ ਆਇਆ And I started a job as an advisor at an advice center. ਔਰ ਮੈਂ ਫਿਰ ਉਹ ਜਿਹੜਾ ਕੰਮ ਸੀਗਾ ਮੇਰਾ ਕਿ ਜਿਸ ਤਰ੍ਹਾਂ ਸਲਾਹ ਮਸ਼ਵਰਾ ਦੇਣਾ, ਇਹ ਮੇਰਾ ਕੰਮ ਸੀ। The job was contracted for 1 year. ਜਿਹੜਾ 1 ਸਾਲ ਦਾ ਮੇਰਾ ਜਿਹੜਾ ਕੰਟਰੈਕਟ ਸੀਗਾ। But the boss was a very difficult person to get on with. ਪਰ ਜਿਹੜਾ ਮੇਰਾ ਸੀਗਾ ਉੱਤੇ ਅਹੁਦੇ ਵਾਲਾ ਬੌਸ ਸੀਗਾ, ਉਹਦੇ ਨਾਲ ਜਿਹੜਾ ਰਲ ਕੇ ਚੱਲਣਾ ਬੜਾ ਮੁਸ਼ਕਿਲ ਸੀ। Not many people stuck at the job. Some would quit, or certainly they would be keen to leave as soon as possible after getting the experience. ਔਰ ਬਹੁਤ ਸਾਰੇ ਜਿਹੜੇ ਆਉਂਦੇ ਸੀਗੇ ਉਹ ਉੱਥੋਂ ਛੱਡ ਕੇ ਚੱਲ ਜਾਂਦੇ ਸੀਗੇ, ਔਰ ਕਿ ਜਦੋਂ ਉਹਨਾਂ ਦਾ ਥੋੜ੍ਹਾ ਤਜਰਬਾ ਹੋ ਜਾਂਦਾ ਸੀਗਾ ਉਹ ਕਹਿੰਦੇ ਸੀਗੇ ਹੁਣ ਅਸੀਂ ਚੱਲੇ ਹਾਂ। Now I was a very young believer. ਔਰ ਮੈਂ ਥੋੜ੍ਹਾ ਚਿਰ ਹੀ ਵਿਸ਼ਵਾਸ ਸੀ ਮੈਨੂੰ ਹਾਲੇ ਕੀਤੇ ਨੂੰ ਹੋਇਆ ਸੀ। And working through many issues from my non-Christian days. ਔਰ ਕਿ ਜਦੋਂ ਮੈਂ ਮਸੀਹ ਦੇ ਵਿੱਚ ਨਹੀਂ ਸੀ ਉਹਨਾਂ ਗੱਲਾਂ ਦੇ ਵਿੱਚ ਜਦੋਂ ਇਹ ਕੰਮ ਕਰਦਾ ਸੀ। And I found the job frustrating because my boss made life very difficult. ਔਰ ਉਸ ਕੰਮ ਦੇ ਵਿੱਚ ਬੜਾ ਮੈਨੂੰ ਮੁਸ਼ਕਿਲ ਲੱਗਾ ਕਿਉਂਕਿ ਜਿਹੜਾ ਮੇਰਾ ਬੌਸ ਸੀਗਾ ਉਹਨੇ ਕਾਫੀ ਮੇਰੀ ਜਿਹੜੀ ਮੁਸ਼ਕਿਲ ਕਰਤਾ ਕੰਮ। Not just for me, but generally for everyone. ਇਹ ਨਹੀਂ ਕਿ ਸਿਰਫ ਇਕੱਲੇ ਮੇਰੇ ਵਾਸਤੇ, ਪਰ ਜਿਹੜੇ ਉੱਥੇ ਹੋਰ ਕੰਮ ਕਰਦੇ ਸੀ ਉਹਨਾਂ ਦੇ ਵਾਸਤੇ ਵੀ। And I came to the point where I felt like quitting. ਔਰ ਫਿਰ ਉਸ ਸਮੇਂ ਤੇ ਮੈਂ ਪਹੁੰਚਿਆ ਕਿ ਮੈਨੂੰ ਲੱਗਦਾ ਸੀ ਕਿ ਹੁਣ ਮੈਂ ਇਹ ਕੰਮ ਛੱਡ ਦੇਵਾਂ। Then I went to see my supervisors, 2 of them who were from outside the advice center. ਔਰ ਫਿਰ ਮੈਂ ਉੱਥੇ 2 ਜਿਹੜੇ ਮੇਰੇ ਸੁਪਰਵਾਈਜ਼ਰ ਸੀਗੇ ਕਿ ਉਹ ਦੂਸਰੇ ਬਾਹਰ ਸੀਗੇ ਉਸ ਜਗ੍ਹਾ ਤੋਂ, ਉਹਨਾਂ ਨੂੰ ਮਿਲਣ ਗਿਆ। And I wanted to leave. ਔਰ ਮੈਂ ਚਾਹੁੰਦਾ ਸੀ ਕਿ ਮੈਂ ਕੰਮ ਛੱਡ ਦੇਵਾਂ। And hand in my resignation. ਔਰ ਮੈਂ ਆਪਣਾ ਅਸਤੀਫਾ ਉਹਨਾਂ ਨੂੰ ਦੇ ਦੇਵਾਂ। But they encouraged me to carry on. ਪਰ ਉਹਨਾਂ ਨੇ ਮੈਨੂੰ ਹੌਸਲਾ ਦਿੱਤਾ ਕਿ ਤੂੰ ਇਸ ਕੰਮ ਵਿੱਚ ਲੱਗਾ ਰਹਿ। They gave me the courage, they gave me the confidence, they motivated me, they inspired me. ਔਰ ਉਹਨਾਂ ਨੇ ਮੈਨੂੰ ਹੌਸਲਾ ਦਿੱਤਾ, ਦਲੇਰੀ ਦਿੱਤੀ, ਉਹਨਾਂ ਨੂੰ ਤਕੜਾ ਕੀਤਾ ਕਿ ਮੈਂ ਉਸ ਕੰਮ ਦੇ ਵਿੱਚ ਲੱਗਾ ਰਵਾਂ। They said things like this: if you work here for a year in that place, you can work anywhere. ਔਰ ਉਹਨਾਂ ਨੇ ਮੈਨੂੰ ਕਿਹਾ ਕਿ ਜੇ ਇੱਥੇ ਤੂੰ 1 ਸਾਲ ਕੰਮ ਕਰ ਦਿੱਤਾ ਕਰ ਦੇਵੇਂ ਤਾਂ ਫਿਰ ਤੂੰ ਕਿਤੇ ਵੀ ਜਾ ਕੇ ਕੰਮ ਕਰ ਸਕਦਾ। And they said people outside this advice center, employers know that if you can work in this place for a year, they'll employ you, you're a good worker. ਔਰ ਕਹਿੰਦੇ ਸੀਗੇ ਕਿ ਇਦਾਂ ਦਾ ਇੱਥੇ ਹੈਗੀ ਆ ਗੱਲ ਬਾਹਰ ਬਣੀ ਹੋਈ ਕਿ ਜਦੋਂ ਲੋਕ ਦੇਖਦੇ ਆ ਕਿ ਕੋਈ ਇੱਥੇ ਜਿਹੜਾ ਸਾਲ ਇੱਕ ਕੰਮ ਕਰ ਜਾਂਦਾ ਆ, ਫਿਰ ਉਹ ਕਹਿੰਦੇ ਕਿ ਹਾਂ ਲੈ ਵੀ ਇਹ ਇੰਨੇ ਔਖੇ ਕੰਮ ਦੇ 'ਚ ਸਾਲ ਕੱਢ ਗਿਆ, ਫਿਰ ਉਹਨਾਂ ਨੂੰ ਕੰਮ ਕਿਤੇ ਵੀ ਮਿਲ ਜਾਂਦਾ ਹੈ। And they encouraged me in many other ways. ਔਰ ਬਹੁਤ ਫਰਕ ਤਰੀਕਿਆਂ ਨਾਲ ਮੈਨੂੰ ਹੌਸਲਾ ਦਿੱਤਾ। And to this day I am thankful to them. ਔਰ ਅੱਜ ਦੇ ਦਿਨ ਤੱਕ ਮੈਂ ਉਹਨਾਂ ਦਾ ਬੜਾ ਸ਼ੁਕਰਗੁਜ਼ਾਰ ਹਾਂ। And I continued and I even became friends with the boss. ਔਰ ਮੈਂ ਉੱਥੇ ਕੰਮ ਤੇ ਲੱਗਾ ਰਿਹਾ ਔਰ ਜਿਹੜਾ ਮੇਰਾ ਸੀਗਾ ਬੌਸ ਉਹਦੇ ਨਾਲ ਮੇਰੀ ਦੋਸਤੀ ਵੀ ਹੋ ਗਈ। And I got a good reference and it launched my career. ਔਰ ਉੱਥੇ ਜਿਹੜਾ ਮੇਰਾ ਸੀਗਾ
ਕਿ ਇੱਕ ਜਿਹੜਾ ਮੇਰਾ ਜਿਹੜਾ ਰੈਫਰੈਂਸ ਸੀਗਾ ਉਹ ਅੱਛਾ ਰਿਕਾਰਡ ਬਣ ਗਿਆ ਔਰ ਫਿਰ ਮੈਨੂੰ ਅੱਗੇ ਵਧਣ ਨੂੰ ਚੰਗਾ ਚਾਂਸ ਸੀਗਾ। If I quit, ਜੇ ਮੈਂ ਛੱਡ ਦਿੰਦਾ I would have got nowhere. ਔਰ ਮੈਂ ਕਿਸੇ ਵੀ ਪਾਸੇ ਜੋਗਾ ਨਹੀਂ ਸੀ ਰਹਿਣਾ। But I was encouraged through the words of these two people. ਪਰ ਇਹ ਜਿਹੜੇ ਦੋ ਮਨੁੱਖ ਮੈਨੂੰ ਮਿਲੇ ਇਹਨਾਂ ਦੋਨਾਂ ਨੇ ਮੈਨੂੰ ਹੌਸਲਾ ਦਿੱਤਾ And it taught me stickability. ਔਰ ਉਹਨਾਂ ਨੇ ਮੈਨੂੰ ਕਿਹਾ ਕਿ ਕਿਸੇ ਕੰਮ ਦੇ ਵਿੱਚ ਲੱਗੇ ਰਹਿਣ, ਜੁਟ ਜਾਣਾ, ਇਹ ਬੜੀ It ਗੱਲ ਹੈ। taught me not to quit ਔਰ ਉਹਨਾਂ ਨੇ ਮੈਨੂੰ ਸਿਖਾਇਆ ਕਿ ਤੂੰ ਛੱਡ ਨਾ when the going gets tough. ਜਦੋਂ ਜਿਹੜੇ ਹਾਲਾਤ ਹੈ ਕਈ ਵਾਰੀ ਜਦੋਂ ਮੁਸ਼ਕਲ ਹੋ ਜਾਂਦੇ ਆ। And this has helped me throughout my life. ਔਰ ਇਹਦੇ ਦੁਆਰਾ ਮੈਨੂੰ ਜਿਹੜਾ ਹੌਸਲਾ ਉਹ ਮਿਲਿਆ ਜ਼ਿੰਦਗੀ ਦੇ ਵਿੱਚ। This is what encouragement can do. ਔਰ ਇਹ ਜਿਹੜਾ ਹੌਸਲਾ ਆ ਇਹ ਕੁਝ ਕਰ ਸਕਦਾ ਆ। Now this morning I want to encourage you. ਔਰ ਅੱਜ ਜਿਹੜਾ ਤੈਨੂੰ ਇਹ ਹੌਸਲਾ ਦੇਣਾ ਆ, I want to hopefully from God's word give you courage, inspire you, motivate you. ਕਿ ਅੱਜ ਪ੍ਰਭੂ ਦੇ ਵਚਨਾਂ ਦੇ ਵੱਲ ਦੇਖ ਕੇ ਉਹਦੇ ਵਿੱਚੋਂ ਤੈਨੂੰ ਹੌਸਲਾ ਦੇਣਾ ਤਾਂ ਤੁਸੀਂ ਅੱਗੇ ਚੱਲਦੇ ਜਾਵੋ। Give you strength so you carry on. ਤੈਨੂੰ ਤਾਕਤ ਜਿਹੜੀ ਦੇਣੀ ਆ ਤਾਂ ਕਿ ਤੁਸੀਂ ਅੱਗੇ ਵਧੀ ਜਾਵੋ। And face up to things and not quit or not lose heart. ਕਿ ਜਦੋਂ ਕਦੀ ਜਿਹੜੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ ਫਿਰ ਜਿਹੜੇ ਆ ਤੁਸੀਂ ਉਹਨੂੰ ਛੱਡ ਨਾ ਦਿਓ ਪਰ ਅੱਗੇ ਵਧੀ ਜਾਵੋ। Or you don't backslide. ਜਾਂ ਤੁਸੀਂ ਠੰਡੇ ਨਾ ਪੈ ਜਾਓ But you continue in your faith. ਕਿ ਜਿਹੜਾ ਤੁਹਾਡਾ ਵਿਸ਼ਵਾਸ ਆ ਉਹਦੇ ਤੁਸੀਂ ਚੱਲਦੇ ਰਹੋ। And walk with Christ whatever the situation. ਕਿ ਭਾਵੇਂ ਕਿਸ ਤਰ੍ਹਾਂ ਦੇ ਵੀ ਹਾਲਾਤ ਹੋਣ ਪ੍ਰਭੂ ਦੇ ਨਾਲ ਜਿਹੜੀ ਸਾਡੀ ਚਾਲ ਆ ਉਹ ਬਣੀ ਰਹੇ। Because in the Christian life there will be times of discouragement. ਕਿਉਂਕਿ ਜਿਹੜਾ ਮਸੀਹੀ ਜੀਵਨ ਆ ਉਹਦੇ ਵਿੱਚ ਸਮੇਂ ਆਉਣਗੇ ਜਦੋਂ ਕਈ ਵਾਰੀ ਅਸੀਂ ਜਿਹੜਾ ਹੌਸਲਾ ਹਾਰ ਜਾਣਾ। There will be times when you lose heart. ਔਰ ਉਦੋਂ ਉਹ ਸਮੇਂ ਆਉਣਗੇ ਕਿ ਜਦੋਂ ਜਿਹੜਾ ਦਿਲ ਆ ਉਹ ਤੁਸੀਂ ਛੱਡ ਦੇਣਾ ਆ। In the natural world, ਦੁਨੀਆ ਦੇ ਵਿੱਚ a farmer goes out and he plows his field and then he plants his seeds. ਔਰ ਜਿਹੜਾ ਕਿਸਾਨ ਆ ਉਹ ਜਾ ਕੇ ਆਪਣੇ ਖੇਤਾਂ ਦੇ ਵਿੱਚ ਕੰਮ ਕਰਦਾ ਆ, ਉੱਥੇ ਹਲ ਚਲਾਉਂਦਾ ਆ ਔਰ ਜਿਹੜਾ ਬੀਜਦਾ ਆ। And then he checks a few weeks later. ਔਰ ਫਿਰ ਉਹ ਕੁਝ ਹਫ਼ਤਿਆਂ ਬਾਅਦ ਦੇਖਦਾ And ਆ there are small green shoots. There are small green plants popping out of the soil. ਔਰ ਉੱਥੇ ਵੀ ਕੀ ਹੁੰਦਾ ਕਿ ਕੁਝ ਹਫ਼ਤਿਆਂ ਬਾਅਦ ਕੁਝ ਥੋੜੀ ਜਿਹੀ ਜਿਹੜੀ ਆ ਉਹ ਫਸਲ ਆ ਉਹ ਦਿਖਾਈ ਦਿੰਦੀ ਆ ਤਾਂ ਨੂੰ ਉਹ ਉੱਗੀ ਹਰਾ ਕੁਝ ਨਿਕਲਦਾ ਆ। And that encourages him. ਔਰ ਉਹਦੇ ਦੁਆਰਾ ਉਹਨੂੰ ਹੌਸਲਾ ਮਿਲਦਾ He ਆ knows that he will get a harvest ਔਰ ਉਹਨੂੰ ਪਤਾ ਆ ਕਿ ਹੁਣ ਜਿਹੜੀ ਆ ਇੱਕ ਟਾਈਮ ਆਊਗਾ ਜਦੋਂ ਉਹਨੂੰ ਫਸਲ ਮਿਲੂਗੀ in due time. ਆਉਣ ਵਾਲੇ ਸਮੇਂ ਦੇ ਵਿੱਚ। But often in the spiritual world, ਔਰ ਕਈ ਵਾਰੀ ਜਿਹੜਾ ਆ ਉਹ ਆਤਮਿਕ ਜੀਵਨ ਦੇ ਵਿੱਚ often in our spiritual lives, ਔਰ ਜਿਹੜਾ ਸਾਡਾ ਆਪਣਾ ਜੀਵਨ ਹੈਗਾ ਆਤਮਿਕ ਤੌਰ ਤੇ we could be sowing spiritual seed. ਔਰ ਕਈ ਵਾਰੀ ਅਸੀਂ ਇਸ ਤਰ੍ਹਾਂ ਹੋ ਸਕਦੇ ਹਾਂ ਕਿ ਜਦੋਂ ਜਿਹੜਾ ਆਤਮਿਕ ਤੌਰ ਤੇ ਜਿਹੜਾ ਬੀਜ ਹੁੰਦਾ ਆ As a church, as individuals, ਔਰ ਜਦੋਂ ਅਸੀਂ ਮੰਡਲੀ ਦੇ ਤੌਰ ਤੇ ਜਾਂ ਅਸੀਂ ਜਦੋਂ ਇਕੱਲੇ ਹੁੰਦੇ ਆ and we can be doing it for years, ਔਰ ਅਸੀਂ ਕਈ ਵਾਰੀ ਬਹੁਤ ਦੇਰ ਤੋਂ ਕੰਮ 'ਚ ਲੱਗੇ ਹੋਏ but we ਹੁੰਦੇ do not see anything happening. ਔਰ ਕਈ ਵਾਰੀ ਫਿਰ ਸਾਨੂੰ ਦੇਖਣ ਨੂੰ ਕੁਝ ਨਹੀਂ ਉੱਥੇ ਮਿਲਦਾ, ਦਿਖਾਈ ਨਹੀਂ ਦਿੰਦਾ। And we wonder whether it's worth it. ਔਰ ਫਿਰ ਅਸੀਂ ਕਈ ਵਾਰੀ ਸੋਚਦੇ ਆ, ਵਿਚਾਰਦੇ ਆ ਕਿ ਕੀ ਇਹਦਾ ਕੋਈ ਫਾਇਦਾ ਹੈਗਾ ਆ। And we lose heart as Christians. ਔਰ ਕਈ ਵਾਰੀ ਫਿਰ ਅਸੀਂ ਮਸੀਹੀ ਲੋਕ ਹੁੰਦੇ ਹੋਏ ਅਸੀਂ ਫਿਰ ਕਈ ਵਾਰੀ ਹੌਸਲਾ ਹਾਰ ਜਾਂਦੇ We ਹਾਂ। lose courage. We become discouraged. ਔਰ ਕੀ ਹੁੰਦਾ ਕਿ ਜਿਹੜਾ ਅਸੀਂ ਹੌਸਲਾ ਹਾਰ ਦਿੰਦੇ ਅਸੀਂ ਜਿਹੜੇ ਉਹ ਦਿਲ ਛੱਡ ਬੈਠੇ ਆ। Sometimes we lose heart because we despair of the sin in our lives. ਔਰ ਕਈ ਵਾਰੀ ਅਸੀਂ ਹੌਸਲਾ ਹਾਰ ਜਾਂਦੇ ਕਿਉਂਕਿ ਜਿਹੜਾ ਪਾਪ ਸਾਡੇ ਵਿੱਚ ਹੁੰਦਾ ਆ ਉਹ ਸਾਨੂੰ ਕਈ ਵਾਰੀ ਜਦੋਂ ਤੁਸ਼ We have come out of the world, ਅਸੀਂ ਦੁਨੀਆ ਦੇ ਵਿੱਚੋਂ ਬਾਹਰ ਤੇ ਆ ਗਏ ਆ or some other religion, ਜਿਹੜੇ ਹੋਰ ਕੀ ਧਰਮ ਆ ਉਹਨਾਂ ਦੇ ਵਿੱਚੋਂ। and there is the baggage of dealing with the old life. ਔਰ ਕਿ ਉਹ ਕਿ ਜਿਹੜੇ ਸਾਡੇ ਜਿਹੜੇ ਪਹਿਲੇ ਜੀਵਨ ਸੀਗੇ ਉਹ ਜਿਹੜੇ ਗੱਲਾਂ ਜਾਂ ਜਿਹੜੀਆਂ ਆਦਤਾਂ ਬਣੀਆਂ ਹੋਈਆਂ There are sins from the past that are instinctive, that are so part of our lives that we do them without thinking they're habitual. ਕਿ ਉਹ ਕਿ ਜਿਹੜੇ ਪਾਪ ਜਾਂ ਜਿਹੜੀਆਂ ਗੱਲਾਂ ਸਾਡੀਆਂ ਪਹਿਲੇ ਜੀਵਨ ਦੀਆਂ ਸੀਗੀਆਂ ਉਹ ਸਾਡੇ ਨਾਲ ਇੰਨੀਆਂ ਜੁੜੀਆਂ ਹੋਈਆਂ ਕਿ ਅਸੀਂ ਕਈ ਵਾਰੀ ਸੋਚਦੇ ਵੀ ਨਹੀਂ, ਉਹ ਫਿਰ ਵੀ ਕਰ ਦਿੰਦੇ ਹਾਂ। And they're there in our lives as Christians. They're just habits that have been formulated over many years. ਔਰ ਉਹ ਕਿ ਜਿਹੜੇ ਬਹੁਤ ਸਾਲਾਂ ਤੋਂ ਉਹ ਸਾਡੀ ਆਦਤ ਬਣ ਗਈਆਂ ਹੁਣ ਜੀਵਨ ਦੇ ਵਿੱਚ। And when we sin, ਔਰ ਜਦੋਂ ਅਸੀਂ ਪਾਪ ਕਰਦੇ ਹਾਂ later we feel convicted.
ਔਰ ਫਿਰ ਜਦੋਂ ਅਸੀਂ ਮਹਿਸੂਸ ਕਰਦੇ ਹਾਂ ਅਸੀਂ ਕਾਲ ਹੁੰਨੇ ਆ by the Holy Spirit, ਪਵਿੱਤਰ ਆਤਮਾ ਦੁਆਰਾ and it feels like a sharp knife that pricks our conscience. ਔਰ ਉਹ ਇਸ ਤਰ੍ਹਾਂ ਹੁੰਦਾ ਫਿਰ ਜਿਸ ਤਰ੍ਹਾਂ ਇੱਕ ਜਿਹੜਾ ਤਿੱਖਾ ਨਾਇਫ ਸਾਡੇ ਅੰਤःਕਰਨ ਦੇ ਵਿੱਚ ਲੱਗਦਾ ਆ And we repent, ਔਰ ਅਸੀਂ ਤੌਬਾ ਕਰਦੇ ਹਾਂ but then later we repeat the same thing again and again. ਔਰ ਫਿਰ ਦੁਬਾਰਾ ਅਸੀਂ ਉਹ ਆਦਤ ਜਾਂ ਅਸੀਂ ਉਹ ਪਾਪ ਫਿਰ ਮੁੜ ਕੇ ਕਰ ਲੈਂਦੇ And because we repeat the sin, ਕਿਉਂਕਿ ਜਿਹੜਾ ਪਾਪ ਆ ਸਾਡੇ ਕੋਲ ਫਿਰ ਦੁਬਾਰਾ ਹੁੰਦਾ ਆ and it becomes a habit, ਔਰ ਫਿਰ ਜਦੋਂ ਉਹ ਆਦਤ ਬਣ ਜਾਂਦੀ ਆ and it's not dealt with, ਔਰ ਉਹਦੇ ਨਾਲ ਜੇ ਨਿਬੇੜਾ ਨਹੀਂ ਹੁੰਦਾ that knife becomes blunt, ਔਰ ਫਿਰ ਜਿਹੜਾ ਉਹ ਚਾਕੂ ਹੁੰਦਾ ਉਹ ਖੁੰਡਾ ਹੋ ਜਾਂਦਾ and it doesn't hurt anymore. ਔਰ ਫਿਰ ਉਹ ਜਿਹੜਾ ਚਾਕੂ ਆ ਸਾਨੂੰ ਉਹ ਚੁਭਦਾ ਨਹੀਂ ਇੰਨਾ Our consciences are seared, they're burnt, they're cauterized, and we become insensitive to that sin. ਔਰ ਫਿਰ ਜਿਹੜਾ ਉਹ ਚਾਕੂ ਹੁੰਦਾ ਉਹ ਜਿਹੜੇ ਅੰਤःਕਰਨ ਦੇ ਵਿੱਚ ਬਹੁਤ ਨਹੀਂ ਖੁੱਭਦਾ ਫਿਰ ਸਾਨੂੰ ਉਹਦਾ ਫਿਰ ਮਹਿਸੂਸ ਹੋਣਾ ਸਾਨੂੰ ਘੱਟ ਜਾਂਦਾ And we don't feel the conviction of that sin anymore. ਔਰ ਫਿਰ ਉਹ ਜਿਹੜਾ ਪਾਪ ਹੁੰਦਾ ਉਦੋਂ ਫਿਰ ਅਸੀਂ ਉਤੋਂ ਅਸੀਂ ਕਾਲ ਨਹੀਂ ਹੁੰਦੇ And like a virus, the sin spreads ਔਰ ਕਿ ਜਿਸ ਤਰ੍ਹਾਂ ਇਹ ਜਿਹੜੀ ਵਾਇਰਸ ਜਦੋਂ ਦੀ ਇਹ ਦੁਨੀਆ ਵਿੱਚ ਸ਼ੁਰੂ ਹੋਈ ਆ because it's not contained. ਕਿਉਂਕਿ ਇਹ ਕਾਬੂ ਵਿੱਚ ਨਹੀਂ ਆਈ And the sin is not dealt with like the virus. It's not contained. ਔਰ ਕਿ ਉਹ ਕਿ ਜਿਹੜਾ ਸਾਡਾ ਪਾਪ ਹੈ ਜਿਹਨੂੰ ਅਸੀਂ ਕਾਬੂ ਵਿੱਚ ਨਹੀਂ ਰੱਖਿਆ And we feel spiritually defeated. ਔਰ ਫਿਰ ਅਸੀਂ ਮਹਿਸੂਸ ਕਰਦੇ ਹਾਂ ਆਤਮਿਕ ਤੌਰ ਤੇ ਅਸੀਂ ਹਾਰੇ ਹੋਏ ਹਾਂ And impoverished. ਔਰ ਕਿ ਅਸੀਂ ਜਿਹੜੀ ਆ ਉਹ ਅੱਗੇ ਜਿੱਥੇ ਵਧਣਾ ਚਾਹੀਦਾ ਅਸੀਂ ਨਹੀਂ ਵਧੇ And empty because we're not growing. ਔਰ ਅਸੀਂ ਖਾਲੀ ਮਹਿਸੂਸ ਕਰਦੇ ਹਾਂ ਕਿਉਂਕਿ ਅਸੀਂ ਜਿਹੜੇ ਉਹ ਵੱਧ ਨਹੀਂ ਰਹੇ And we become discouraged and we lose heart. ਔਰ ਫਿਰ ਅਸੀਂ ਹੌਸਲਾ ਹਾਰ ਦਿੰਦੇ ਹਾਂ ਦਿਲ ਅਸੀਂ ਛੱਡ ਦਿੰਦੇ ਹਾਂ Maybe you're discouraged ਔਰ ਹੋ ਸਕਦਾ ਤੁਸੀਂ ਜਿਹੜਾ ਹੌਸਲਾ ਹਾਰ and ਦਿੱਤਾ you've ਹੋਵੇ lost heart because of your difficult circumstances. ਔਰ ਹੋ ਸਕਦਾ ਕਿ ਜਿਹੜੇ ਤੁਹਾਡੇ ਹਾਲਾਤ ਕੋਸ਼ਿਸ਼ ਦੇ ਹੋਣ ਕਿ ਤੁਸੀਂ ਹੌਸਲਾ ਹਾਰਿਆ ਹੋਇਆ Because of some trial that you are facing. ਔਰ ਕਿ ਹੋ ਸਕਦਾ ਕਿ ਜਿਹੜੇ ਕੁਝ ਜਿਹੜੇ ਅਜ਼ਮਾਇਸ਼ਾਂ ਜਾਂ ਮੁਕੱਦਮੇ ਕੁਛ ਇਸ ਤਰ੍ਹਾਂ ਦੇ ਹੋ ਗਏ ਆ Maybe you've lost heart because you've become impatient with God. ਔਰ ਤੁਸੀਂ ਹੋ ਸਕਦਾ ਇਸ ਕਰਕੇ ਹਾਰ ਗਏ ਕਿਉਂਕਿ ਤੁਸੀਂ ਬਹੁਤ ਪਰਮੇਸ਼ਰ ਦੇ ਨਾਲ ਸਬਰ ਕੀਤਾ Forgive me if I use an illustration that I've used before. ਔਰ ਤੁਸੀਂ ਮਾਫ ਕਰਨਾ ਪਹਿਲਾਂ ਮਿਸਾਲ ਸ਼ਾਇਦ ਇਹ ਦੇ ਚੁੱਕੇ ਆ But one of the ways you can test to see how patient husbands are with their wives ਔਰ ਇੱਕ ਤਰੀਕਾ ਹੈਗਾ ਕਿ ਜਦੋਂ ਜਿਹੜੇ ਦੇਖਣਾ ਕਿ ਆਪਣੇ ਪਤੀ ਆਪਣੀ ਪਤਨੀ ਨੇ ਕਿੰਨੇ ਕੁ ਸਬਰ ਵਾਲੇ ਆ is to sit in the car when they are driving. ਔਰ ਉਹ ਸਮਾਂ ਹੁੰਦਾ ਕਿ ਜਦੋਂ ਉਹ ਬੈਠੇ ਹੁੰਦੇ ਆ ਔਰ ਜਦੋਂ ਉਹਨਾਂ ਦੀ ਵਾਈਫ ਕਾਰ ਚਲਾਉਂਦੀ Whenever my wife and I go anywhere, ਔਰ ਭਾਈ ਕਹਿੰਦੇ ਕਿ ਜਦੋਂ ਮੈਂ ਤੇ ਮੇਰੀ ਪਤਨੀ ਜਦੋਂ ਕਿਤੇ ਬਾਹਰ ਜਾਂਦੇ ਆ I usually drive. ਆਮ ਤੌਰ ਤੇ ਮੈਂ ਹੀ ਡਰਾਈਵ ਕਰਦਾ She ਹੁੰਦਾ doesn't like driving because I always criticize her. ਔਰ ਕਿਉਂਕਿ ਮੈਂ ਉਹਦੇ ਚ ਨੁਕਸ ਬੁਨੀਆਂ ਕੱਢਦਾ ਹੁੰਦਾ I say you're driving too fast or too slow, or you're in the wrong lane, or you're too close to the car in front. ਔਰ ਮੈਂ ਫਿਰ ਉਹਨੂੰ ਕਹਿੰਦਾ ਤੂੰ ਗੱਡੀ ਜ਼ਿਆਦਾ ਤੇਜ਼ ਚਲਾਉਣੀ ਆ ਜਾਂ ਸਲੋ ਚਲਾਉਣੀ ਆ ਜਾਂ ਦੂਸਰੀ ਕਾਰ ਦੇ ਨੇੜੇ ਚੱਲ ਗਈ ਆ The problem is not her driving. ਇਹ ਮੁਸ਼ਕਿਲ ਨਹੀਂ ਕਿ ਉਹਦੀ ਕੋਈ ਡਰਾਈਵਿੰਗ ਦੇ ਵਿੱਚ ਕੋਈ She's a ਗਲਤੀ ਹੈ better driver than me. ਔਰ ਮੇਰੇ ਨਾਲ ਉਹ ਅੱਛੀ ਡਰਾਈਵ ਕਰਦੀ ਹੈ The problem is I'm a bad passenger. ਔਰ ਮੇਰੀ ਹੈਗੀ ਮੁਸ਼ਕਿਲ ਕਿ ਮੈਂ ਜਿਹੜਾ ਉੱਥੇ ਬੈਠਣ ਵਾਲਾ ਮੁਸਾਫਰ ਆ ਉਹ ਚੰਗਾ ਨਹੀਂ The only time she drives is when we go somewhere really far and we have to share the driving. ਔਰ ਉਹੀ ਸਮਾਂ ਹੁੰਦਾ ਹੈ ਕਿ ਜਦੋਂ ਅਸੀਂ ਕਿਤੇ ਬਹੁਤ ਦੂਰ ਜਾਂਦੇ ਆ ਤੇ ਫਿਰ ਜਿਹੜੀ ਆ ਡਰਾਈਵਿੰਗ ਅਸੀਂ ਕਹਿੰਦੇ ਹਾਂ ਕਿ ਹੁਣ ਸ਼ੇਅਰ ਕਰ ਲਈਏ And when she drives, I just fall asleep. ਔਰ ਫਿਰ ਕੀ ਹੁੰਦਾ ਕਿ ਜਦੋਂ ਉਹ ਡਰਾਈਵ ਕਰਦੀ ਹੈ ਤੇ ਫਿਰ ਮੈਂ ਸੌਂ ਹੀ ਜਾਂਦਾ ਹੁੰਦਾ I don't worry then ਔਰ ਫਿਰ ਮੈਨੂੰ ਫਿਕਰ ਨਹੀਂ ਹੁੰਦਾ because I know when I wake up, ਔਰ ਮੈਨੂੰ ਪਤਾ ਕਿ ਜੇ ਮੈਂ ਜਾਗਿਆ I'll either be at our destination or I'll wake up in glory in heaven. ਕਿਉਂਕਿ ਮੈਨੂੰ ਪਤਾ ਜਾਂ ਤੇ ਮੈਂ ਉੱਥੇ ਪਹੁੰਚੂਗਾ ਜਿੱਥੇ ਅਸੀਂ ਜਾਣਾ ਆ ਜਾਂ ਫਿਰ ਮੇਰੀਆਂ ਅੱਖਾਂ ਖੁੱਲਣਗੀਆਂ ਸਵਰਗ ਦੇ ਵਿੱਚ But driving can make us impatient. ਪਰ ਜਿਹੜਾ ਹੈਗਾ ਗੱਡੀ ਚਲਾਉਣਾ ਉਹਦੇ ਵਿੱਚ ਅਸੀਂ ਬੇਸਬਰੇ ਹੋ ਜਾਂਦੇ ਹਾਂ Especially when we're in a traffic jam. ਔਰ ਕਈ ਵਾਰੀ ਜਦੋਂ ਅਸੀਂ ਸਟਕ ਹੋਏ ਹੁੰਦੇ ਆ ਟ੍ਰੈਫਿਕ ਦੇ ਵਿੱਚ And we're in a hurry. ਔਰ ਸਾਨੂੰ ਕਾਹਲੀ ਹੁੰਦੀ ਜਾਣ ਦੀ And we can't go forward, we can't go back, we can't turn to the left or to the right.
ਔਰ ਕਈ ਵਾਰੀ ਅਸੀਂ ਫਿਰ ਉੱਥੇ ਹੁੰਦੇ ਆ, ਨਾ ਅਸੀਂ ਅੱਗੇ ਜਾ ਸਕਦੇ ਨਾ ਪਿੱਛੇ ਜਾ ਸਕਦੇ, ਨਾ ਅਸੀਂ ਖੱਬੇ ਸੱਜੇ, ਕੁਝ ਨਹੀਂ, ਉੱਥੇ ਖੜੇ ਹੋਣਾ ਪੈਣਾ। I've said this before in the past. ਔਰ ਪਹਿਲਾਂ ਕਹਿ ਚੁੱਕੇ ਬੀਤੇ ਸਮੇਂ ਦੇ ਵਿੱਚ, Sometimes in our walk with God, ਔਰ ਕਿ ਕਈ ਵਾਰੀ ਪਰਮੇਸ਼ਰ ਦੇ ਨਾਲ ਜਿਹੜੀ ਸਾਡੀ ਚਾਲ ਆ, we come to a complete standstill. ਔਰ ਕਈ ਵਾਰੀ ਅਸੀਂ ਇਸ ਤਰ੍ਹਾਂ ਹੁੰਦਾ ਕਿ ਅਸੀਂ ਜਿਸ ਤਰ੍ਹਾਂ ਇੱਕ ਥਾਂ ਤੇ ਰੁਕੇ ਹੋਏ ਆ, We are spiritually stuck. ਔਰ ਕਈ ਵਾਰੀ ਆਤਮਿਕ ਤੌਰ ਤੇ ਅਸੀਂ ਉੱਥੇ ਅਸੀਂ ਸਟਕ ਹੋ ਜਾਂਦੇ ਆ। We're praying for this one issue in our lives. ਔਰ ਜਿਹੜੀ ਸਾਡੀ ਪ੍ਰਾਰਥਨਾ ਆ ਕਿ ਕਿਸੇ ਕੰਮ ਦੇ ਵਾਸਤੇ, ਕਿਸੇ ਗੱਲ ਦੇ ਵਾਸਤੇ ਸਾਡੀ Maybe ਹੁੰਦੀ ਆ, poor health, maybe marriage, maybe for our children, maybe for a job. ਔਰ ਹੋ ਸਕਦਾ ਸਾਡੀ ਸਿਹਤ ਨਾ ਚੰਗੀ ਹੋਵੇ, ਜਿਹੜਾ ਸਾਡਾ ਵਿਆਹਤਾ ਜੀਵਨ ਆ, ਸਾਡੇ ਬੱਚੇ ਜਾਂ ਕੋਈ ਕੰਮ, ਕੋਈ ਅਸੀਂ ਲਗਾਤਾਰ ਪ੍ਰਾਰਥਨਾ ਕਰਦੇ ਹੁੰਦੇ ਆ। Maybe we're in a difficult position and we're praying that God will take us out of it. ਔਰ ਹੋ ਸਕਦਾ ਕਿ ਸਾਡੇ ਜਿਹੜੇ ਹਾਲਾਤ ਆ ਕੁਝ ਇਸ ਤਰ੍ਹਾਂ ਦੇ ਹੋਣ, ਔਰ ਅਸੀਂ ਪ੍ਰਭੂ ਨੂੰ ਕਹਿੰਦੇ ਕਿ ਪ੍ਰਭੂ ਤੂੰ ਮੈਨੂੰ ਇਸ ਹਾਲਾਤ ਚੋਂ ਕੱਢ ਦੇ। And we seek God for years. ਔਰ ਕਈ ਵਾਰੀ ਅਸੀਂ ਸਾਲਾਂ ਦੇ ਨਾਲ ਪ੍ਰਭੂ ਵੱਲ ਦੇਖਦੇ ਹਾਂ, But God in heaven is silent. ਪਰ ਪਰਮੇਸ਼ਰ ਜੋ ਸਵਰਗ ਦੇ ਵਿੱਚ ਆ ਉਹ ਬਿਲਕੁਲ ਸ਼ਾਂਤ ਆ, And there's nothing we can do. ਔਰ ਫਿਰ ਅਸੀਂ ਕੁਝ ਨਹੀਂ ਕਰ ਸਕਦੇ We can't go forward or back to the left or to the right. ਕਿ ਅਸੀਂ ਨਾ ਅੱਗੇ ਜਾ ਸਕਦੇ, ਨਾ ਪਿੱਛੇ ਜਾ ਸਕਦੇ, ਨਾ ਖੱਬੇ ਨਾ ਸੱਜੇ। All we can do is wait on God. ਔਰ ਕੀ ਇਹ ਸਾਡਾ ਉਹ ਸਮਾਂ ਹੁੰਦਾ ਕਿ ਅਸੀਂ ਸਿਰਫ ਪਰਮੇਸ਼ਰ ਦੇ ਵੱਲ ਸਬਰ ਕਰਦੇ ਹਾਂ, ਇਹਦਾ ਇੰਤਜ਼ਾਰ ਕਰਦੇ ਹਾਂ। But in our waiting, ਪਰ ਅਸੀਂ ਜਦੋਂ ਇੰਤਜ਼ਾਰੀ ਦੇ ਵਿੱਚ we ਹਾਂ, become impatient. ਪਰ ਉਹਦੇ ਵਿੱਚ ਅਸੀਂ ਕਈ ਵਾਰੀ ਫਿਰ ਬੇਸਬਰੇ ਹੋ ਜਾਂਦੇ ਹਾਂ। We begin to argue with God and fight with Him, and we want answers now. ਔਰ ਫਿਰ ਅਸੀਂ ਪਰਮੇਸ਼ਰ ਦੇ ਨਾਲ ਜਿਹੜਾ ਆ ਉਹ ਕਈ ਵਾਰੀ ਬਹਿਸ ਜਾਂ ਅਸੀਂ ਝਗੜਾ ਕਰਨ ਲੱਗ ਪੈਂਦੇ ਹਾਂ। ਅਸੀਂ ਕਹਿੰਦੇ ਕਿ ਪ੍ਰਭੂ ਤੂੰ ਹੁਣੇ ਹੀ ਮੇਰੀ ਜਿਹੜਾ ਜਵਾਬ ਆ, ਹੁਣੇ ਮੇਰਾ ਕੰਮ ਹੋਣਾ ਚਾਹੀਦਾ, And we lose heart. ਔਰ ਅਸੀਂ ਫਿਰ ਸਿਰਾ ਹੌਸਲਾ ਹਾਰ ਦਿੰਦੇ ਹਾਂ। Brother, sister, as Christians, we will become discouraged and disheartened from Pero- time to time. ਮਸੀਹੀ ਭੈਣੋ ਭਾਈ, ਅਸੀਂ ਸਮੇਂ ਦੇ ਸਮੇਂ ਕਈ ਇੱਦਾਂ ਦੇ ਮੌਕੇ ਆਉਣਗੇ ਕਿ ਜਦੋਂ ਅਸੀਂ ਕਈ ਵਾਰੀ ਇਸ ਤਰ੍ਹਾਂ ਹੌਸਲਾ ਹਾਰ ਜਾਵਾਂਗੇ। Maybe as Christians, we have been so battered and bruised and taken so many knocks over the years. ਔਰ ਹੋ ਸਕਦਾ ਕਿ ਜਦੋਂ ਦੇ ਅਸੀਂ ਮਸੀਹ ਦੇ ਵਿੱਚ ਆਏ ਆ, ਕਈ ਵਾਰੀ ਸਾਡੀਆਂ ਗੱਲਾਂ ਬਾਤਾਂ ਸਾਨੂੰ ਸਹਿਣੀਆਂ ਪਈਆਂ, ਜਾਂ ਕਈ ਵਾਰੀ ਸਾਡੇ ਉੱਤੇ ਕੁਛ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਆਈਆਂ, ਸਾਨੂੰ ਸਹਿਣੀਆਂ ਪਈਆਂ। And really now our prayer life is diminished. ਔਰ ਹੁਣ ਜਿਹੜੀ ਸਾਡੀ ਪ੍ਰਾਰਥਨਾ ਦਾ ਜੀਵਨ ਆ ਉਹ ਵੀ ਕੋਈ ਇੰਨਾ And ਅੱਛਾ our ਨਹੀਂ concern for God is gone. ਕਿ ਜਿਹੜਾ ਸਾਡਾ ਪਰਮੇਸ਼ਰ ਦੇ ਨਾਲ ਇੱਕ ਜਿਹੜੀ ਗੈਰਤ ਹੁੰਦੀ ਸੀ ਉਹ ਵੀ ਹੁਣ ਹੈ ਨਹੀਂ। And we have lost heart. ਔਰ ਹੁਣ ਇਸ ਵੇਲੇ ਜਿਹੜਾ ਸਾਡਾ ਦਿਲ ਆ ਉਹ ਟੁੱਟਾ ਹੋਇਆ। Paul here in 2 Corinthians in chapter 4, ਔਰ ਇੱਥੇ ਜਿਹੜਾ ਪੌਲਸ ਆ ਉਹ ਦੂਸਰਾ ਕਰੰਥੀਆਂ ਦੇ ਚੌਥੇ ਅਧਿਆਇ ਦੇ at ਵਿੱਚ, the beginning of the chapter and at the end of the chapter, ਔਰ ਇੱਥੇ ਜਦੋਂ ਉਹ ਇਹ ਅਧਿਆਇ ਸ਼ੁਰੂ ਕਰਦਾ ਔਰ ਜਦੋਂ ਖਤਮ ਕਰਦਾ he ਆ, says, we do not lose heart. ਔਰ ਉਹ ਕੀ ਕਹਿੰਦਾ ਕਿ ਅਸੀਂ ਹੌਸਲਾ ਨਹੀਂ ਹਾਰਦੇ। Chapter 4 verse 1 at the end, it says, we do not lose heart. ਔਰ ਜਿਹੜਾ ਪਹਿਲਾ ਐਤ ਆ ਚੌਥੇ ਅਧਿਆਇ, ਉੱਥੇ ਕੀ ਕਹਿੰਦਾ ਕਿ ਅਸੀਂ ਹੌਸਲਾ ਨਹੀਂ ਹਾਰਦੇ। And then at the beginning of verse 16, he says, therefore we do not lose heart. ਔਰ ਫਿਰ ਜਦੋਂ 16 ਐਤ ਦੇਖਦੇ ਆ ਉੱਥੇ ਵੀ ਕਹਿੰਦਾ ਕਿ ਅਸੀਂ ਹੌਸਲਾ ਨਹੀਂ Now, ਹਾਰਦੇ। you don't need to be an expert ਔਰ ਇਹ ਨਹੀਂ ਕਿ ਤੁਸੀਂ ਬਹੁਤ ਜ਼ਿਆਦਾ ਕਾਰੀਗਰ ਹੋਣਾ in ਹੈ exegeting or interpreting the Bible. ਕਿ ਜੋ ਹੈਗਾ ਕਿ ਬਾਈਬਲ ਦਾ ਤੁਹਾਨੂੰ ਬਹੁਤ ਜਿਹੜਾ ਗਿਆਨ ਹੋਣਾ ਚਾਹੀਦਾ, ਕਿਸ ਤਰ੍ਹਾਂ ਇਹਨੂੰ ਖੋਲ੍ਹਣਾ ਆ, ਕਿਹਨੂੰ ਸਿੱਖਣਾ ਆ। To know that if at the beginning, at the end of, and the end of a chapter, it talks about not losing heart, the in between what he's talking about is not losing heart. ਔਰ ਮਤਲਬ ਕਿ ਜਦੋਂ ਉਹ ਗੱਲ ਸ਼ੁਰੂ ਕਰਦਾ ਆ ਜਾਂ ਜਦੋਂ ਉਹ ਅਧਿਆਇ ਦੇ ਵਿੱਚ ਜਾਂਦਾ, ਜਦੋਂ ਖਤਮ ਹੀ ਕਰਦਾ ਆ, ਔਰ ਉੱਥੇ ਸਾਨੂੰ ਇਹ ਸਿੱਖਣ ਨੂੰ ਮਿਲਦਾ ਕਿ ਹੌਸਲਾ ਨਹੀਂ ਹਾਰਨਾ, ਮਤਲਬ ਕਿ ਉਹ ਇਸ ਗੱਲ ਦੀ ਜ਼ੋਰ ਦੇ ਰਿਹਾ। So let's look at this. ਔਰ ਇੱਥੇ ਅਸੀਂ ਧਿਆਨ ਦੇਵਾਂਗੇ। Firstly, I want to consider Paul's circumstances ਔਰ ਪਹਿਲਾਂ ਅਸੀਂ ਦੇਖਣਾ ਕਿ ਜਿਹੜੇ ਪੌਲਸ ਦੇ ਹਾਲਾਤ ਕਿੱਦਾਂ ਦੇ ਸੀਗੇ, and the fact that he does not lose heart मतलब कि despite his difficult ਕਿ circumstances. ਭਾਵੇਂ ਉਹਦੇ ਹਾਲਾਤ ਜਿਹੜੇ ਮੁਸ਼ਕਲ ਦੇ ਆ, ਪਰ ਫਿਰ ਵੀ ਜਦੋਂ ਉਹ ਹੌਸਲਾ ਨਹੀਂ ਹਾਰਦਾ। Now you may say, look, it's okay for Paul. ਔਰ ਤੁਸੀਂ ਕਹਿ ਸਕਦੇ ਹਾਂ ਕਿ ਪੌਲ ਦੇ ਵਾਸਤੇ ਤਾਂ ਚਲੋ ਠੀਕ ਸੀਗਾ, He doesn't understand how we would suffer in the 21st century. ਕਿ ਪੌਲਸ ਨੂੰ ਕੀ ਪਤਾ ਕਿ ਅੱਜ ਕੱਲ੍ਹ ਜਿਹੜੀ ਹੁਣ ਆ ਇਸ ਸਦੀ ਦੇ ਵਿੱਚ, 21ਵੀਂ ਸਦੀ ਵਿੱਚ ਅਸੀਂ ਕਿੱਥੋਂ ਦੀ ਜਾ ਰਹੇ He ਹਾਂ, doesn't understand some of the pressures we will face. ਕਿ ਹੁਣ ਜਿਹੜੇ ਸਾਡੇ ਉੱਤੇ ਜਿਹੜੇ ਦਬਾਅ ਆਉਂਦੇ ਆ, ਪੌਲਸ ਨੂੰ ਇਹਨਾਂ ਗੱਲਾਂ ਦਾ ਕੀ ਪਤਾ। Well, if you've not read 2 Corinthians, ਔਰ ਜੇ ਤੁਸੀਂ ਇਹ ਦੂਸਰਾ ਕਰੰਥੀਆਂ ਨਹੀਂ ਪੜ੍ਹਿਆ, let me encourage you to read it. ਔਰ ਤੈਨੂੰ ਕਿਹਾ ਜਾਂਦਾ ਕਿ ਤੁਸੀਂ ਪੜ੍ਹੋ ਇਹਨੂੰ, One of the reasons why he wrote it
ਔਰ ਇੱਕ ਜਿਹੜਾ ਸੀਗਾ ਮਕਸਦ ਕਿਉਂ ਉਹਨੇ ਇਸ ਕਿਤਾਬ ਨੂੰ ਲਿਖਿਆ was because he was being attacked and people were questioning whether he was an apostle or not. ਔਰ ਕਿਉਂਕਿ ਉਹਦੇ ਉੱਤੇ ਹਮਲਾ ਹੋਇਆ ਔਰ ਲੋਕ ਉਹਨੂੰ ਸਵਾਲ ਕਰਦੇ ਸੀਗੇ ਔਰ ਕਹਿੰਦੇ ਸੀ ਕਿ ਹਾਂ ਕਿ ਵਾਕਿਆ ਤੂੰ ਰਸੂਲ ਹੈਗਾ ਆ। So Paul defends his life and his ministry as an apostle. ਔਰ ਇੱਥੇ ਕੀ ਦੇਖਦੇ ਆ ਕਿ ਜਿਹੜਾ ਪੌਲਸ ਆ ਫਿਰ ਉਹ ਉਹਨਾਂ ਨੂੰ ਜਵਾਬ ਦੇਣਾ ਚਾਹੁੰਦਾ ਆ ਔਰ ਉਹ ਕਹਿੰਦਾ ਆ ਕਿ ਹਾਂ ਜੋ ਮੇਰੀ ਸੇਵਾ ਆ ਜਾਂ ਮੈਂ ਰਸੂਲ ਆ ਉਹ ਸੱਚਾ ਆ। And Paul is more open in this epistle than any other epistle about his experiences. ਔਰ ਇੱਥੇ ਕੀ ਆਪਾਂ ਦੇਖਦੇ ਆ ਕਿ ਜਿਹੜਾ ਇਹ ਇਸ ਕਿਤਾਬ ਦੇ ਵਿੱਚ ਜਿਸ ਤਰ੍ਹਾਂ ਉਹ ਖੁੱਲੀਆਂ ਗੱਲਾਂ ਕਰਦਾ ਇਦਾਂ ਹੋਰ ਕਿਤੇ ਨਹੀਂ ਸੀ ਦੇਖਦੇ। In chapter 1 and verse 8, ਔਰ ਪਹਿਲਾ ਉਹਦੀ 8ਵੀਂ ਆਇਤ he says, in Asia, ਕਿ ਜਿਹਦਾ ਏਸ਼ੀਆ ਦੇ ਵਿੱਚ that we were burdened beyond measure above strength, so that we despaired even of life. ਕਹਿੰਦਾ ਕਿ ਸਾਡੇ ਉੱਤੇ ਜਿਹੜੀ ਸਾਡੀ ਬਿਪਤਾ ਸੀ ਦੁੱਖ ਸੀਗੇ ਸਾਡੇ ਸਹਿਣ ਤੋਂ ਬਾਹਰ ਸਾਡੇ ਤੇ ਬੋਝ ਪੈ ਗਏ। He's saying my troubles were so great ਔਰ ਕਹਿੰਦਾ ਕਿ ਜਿਹੜੇ ਮੇਰੇ ਮੁਸ਼ਕਲਾਂ ਜਿਹੜੀਆਂ ਬਿਪਤਾ ਮੇਰੀਆਂ ਇੰਨੀਆਂ ਵੱਡੀਆਂ ਸੀ that I felt it was just too much, ਔਰ ਕਹਿੰਦਾ ਕਿ ਮੈਂ ਮਹਿਸੂਸ ਕੀਤਾ ਕਿ ਮੈਂ ਕਿਸ ਤਰ੍ਹਾਂ ਇਹਨਾਂ ਨੂੰ ਝੱਲ ਸਕਦਾ that we despaired even of life. ਔਰ ਕਹਿੰਦਾ ਕਿ ਅਸੀਂ ਅਸੀਂ ਆਪਣੀ ਜਾਨ ਵੀ ਖੋਣ ਵਾਲੇ ਸੀਗੇ। Do we feel like that? ਕੀ ਅਸੀਂ ਇਸ ਤਰ੍ਹਾਂ ਮਹਿਸੂਸ ਕਰਦੇ ਹਾਂ That our burdens are so great and huge ਕਿ ਜਿਹੜੇ ਸਾਡੇ ਬੋਝ ਆ ਉਹ ਇੰਨੇ ਭਾਰੇ ਹੋਏ ਆ that they are beyond our ability to cope. ਕਿ ਸਾਡੀ ਜਿਹੜੀ ਕਾਬਲੀਅਤ ਆ ਅਸੀਂ ਸੋਚਦੇ ਹਾਂ ਕਿ ਹਾਂ ਇਹ ਸਹਿਣੇ ਜਿਹੜੇ ਆ ਉਹ ਸਾਡੇ ਵਾਸਤੇ ਮੁਸ਼ਕਲ ਆ। In chapter 2 and verse 4, ਦੂਸਰਾ ਅਧਿਆਇ ਉਹਦੀ ਚੌਥੀ ਆਇਤ ਦੇ ਵਿੱਚ he talks about the fact that he wrote to them with many tears. ਕਹਿੰਦਾ ਕਿ ਇਹ ਲਿਖਤਾ ਜਦੋਂ ਇਹ ਮੈਂ ਆਪਣੇ ਹੰਝੂ ਕੇਰ ਕਰਕੇ ਲਿਖ ਰਿਹਾ Out of much affliction. ਕਿ ਉਹ ਕਹਿੰਦਾ ਕਿ ਜਦੋਂ ਮੈਂ ਦੁੱਖਾਂ ਦੇ ਵੇਦੀ ਲੰਘ ਰਿਹਾ The great apostle Paul is in tears because of his concern for the gospel. ਔਰ ਇੱਥੇ ਕੀ ਦੇਖਦੇ ਆ ਕਿ ਜਿਹੜਾ ਪੌਲਸ ਰਸੂਲ ਇੰਨਾ ਵੱਡਾ ਰਸੂਲ ਹੋ ਕੇ ਉਹ ਆਪਣੇ ਜਦੋਂ ਇਹ ਲਿਖ ਰਿਹਾ ਆ ਉਹ ਹੰਝੂ ਵਹਾ ਰਿਹਾ। Paul goes on to list some of his sufferings here. ਔਰ ਇੱਥੇ ਜਿਹੜੀਆਂ ਫਿਰ ਉਹ ਗੱਲਾਂ ਦੱਸਦਾ ਆ ਉਹ ਲਿਸਟ ਤਿਆਰ ਕਰਦਾ ਕਿ ਕਿਹੜੇ ਕਿਹੜੇ ਦੁੱਖਾਂ ਦੇ ਵਿੱਚ ਲੰਘ And ਰਿਹਾ they are a rebuke to us when we complain about little things. ਔਰ ਫਿਰ ਸਾਨੂੰ ਇੱਕ ਝਾੜ ਲੱਗਦੀ ਆ ਕਿ ਜਦੋਂ ਅਸੀਂ ਛੋਟੀ ਛੋਟੀ ਗੱਲਾਂ ਤੋਂ ਜਿਹੜਾ ਬਣਾਉਣ ਲੱਗ ਪੈਂਦੇ ਆ। In chapter 6, 6ਵੇਂ ਅਧਿਆਇ ਦੇ ਵਿੱਚ verse 4 and 5, ਉੱਥੇ 4 ਤੇ 5 ਆਇਤ he says this. ਉਹ ਇਹ ਕਹਿੰਦਾ But in all things we commend ourselves as ministers of God, in much patience, in tribulations, in needs, in patience, in stripes, in imprisonments, in turmoils, in labors, in sleeplessness, in fastings. 6ਵੀਂ ਆਇਤ ਉਹਦੇ 4 ਤੇ 5 ਆਇਤ ਪਰ ਜਿਵੇਂ ਪਰਮੇਸ਼ਰ ਦੇ ਸੇਵਕਾਂ ਦੇ ਯੋਗ ਹੈ ਤਿਵੇਂ ਹਰ ਇੱਕ ਗੱਲ ਤੋਂ ਆਪਣੇ ਲਈ ਪ੍ਰਮਾਣ ਦਿੰਦੇ ਹਾਂ ਅਰਥਾਤ ਵੱਡੇ ਸਾਰੇ ਤੋਂ ਬਿਪਤਾ ਤੋਂ ਥੋੜ੍ਹਾਂ ਤੋਂ ਤੰਗੀਆਂ ਤੋਂ ਕੋਰੜੇ ਖਾਣ ਤੋਂ ਕੈਦ ਤੋਂ ਕਮਸਾਣਾ ਤੋਂ ਮਿਹਨਤਾਂ ਤੋਂ ਅਨੀਂਦਿਆਂ ਤੋਂ ਫਾਕਿਆਂ ਤੋਂ। In chapter 7 and verse 5, ਔਰ 7ਵਾਂ ਅਧਿਆਇ ਉਹਦੀ 5ਵੀਂ ਆਇਤ at the end of the verse it says, we were troubled on every side, outside were conflicts, inside were fears. ਔਰ ਕਹਿੰਦਾ ਕਿ ਉੱਥੇ ਕਿ ਅਸੀਂ ਕਹਿੰਦਾ ਚਾਸ਼ ਫੇਰਿਓ ਕਹਿੰਦਾ ਅਸੀਂ ਘਿਰੇ ਹੋਏ ਸੀਗੇ ਦੁੱਖਾਂ ਦੇ ਨਾਲ ਮੁਸੀਬਤਾਂ ਦੇ ਨਾਲ। How many times do we have outward conflicts? ਕਿੰਨੀ ਕੁ ਵਾਰੀ ਹੈ ਜਦੋਂ ਅਸੀਂ ਜਿਹੜੇ ਬਾਹਰਲੇ ਸਾਡੇ ਤੇ ਬੋਝ ਜਦੋਂ ਆਉਂਦੇ ਆ Or spiritual conflicts? ਜਾਂ ਜਿਹੜਾ ਆਤਮਿਕ ਤੌਰ ਤੇ ਜਿਹੜੀ ਸਾਡੀ ਲਾਈਫ ਹੁੰਦੀ ਹੈ But we will not face them because of inward fears. ਔਰ ਇਸ ਕਰਕੇ ਅਸੀਂ ਉਹਨਾਂ ਦਾ ਸਾਹਮਣਾ ਨਹੀਂ ਕਰਦੇ ਕਿਉਂਕਿ ਜਿਹੜਾ ਸਾਡੇ ਅੰਦਰ ਜਿਹੜਾ ਡਰ ਹੁੰਦਾ ਉਹਦਾ ਕਰਕੇ। In chapter 11 11 ਅਧਿਆਇ and verse 23 ਉਹਦੀ 23 ਆਇਤ to 28. ਔਰ ਉਹਦੀ 23 ਤੋਂ 28 ਤੱਕ। I mean, there's a remarkable list here. ਔਰ ਇੱਥੇ ਵੀ ਜਿਹੜੀ ਲਿਸਟ ਆ ਉਹ ਵੀ ਬਹੁਤ ਇੱਕ ਦੇਖਣ ਵਾਲੀ He ਹੈ। says people consider him to be a fool. ਔਰ ਕਹਿੰਦਾ ਕਿ ਲੋਕੀ ਮੈਨੂੰ ਕਹਿੰਦੇ ਤੂੰ ਤੇ ਮੂਰਖ ਆ। But he labored more than any of the other apostles. ਪਰ ਉਹਨੇ ਜਿਹੜੀ ਮਿਹਨਤ ਕੀਤੀ ਆ ਪ੍ਰਭੂ ਦੇ ਵਾਸਤੇ ਦੂਸਰੇ ਰਸੂਲਾਂ ਦੇ ਨਾਲ ਉਹਨੇ ਜ਼ਿਆਦਾ ਮਿਹਨਤ ਕੀਤੀ ਹੈ। And he goes on to list some of his sufferings. Look at verse 24. From the Jews 5 times I received 40 stripes minus 1. ਔਰ ਇੱਥੇ ਜਦੋਂ ਉਹ ਗੱਲ ਕਰਦਾ ਆ 24 ਆਇਤ ਕਹਿੰਦਾ ਕਿ 5 ਵਾਰੀ ਯਹੂਦੀਆਂ ਦੇ ਹੱਥੋਂ ਮੈਂ ਇੱਕ ਘੱਟ 40 ਕੋਰੜੇ ਖਾਧੇ। Verse 25, 3 times I was beaten with rods, once I was stoned, 3 times I was shipwrecked, a night and a day I have been in the deep. 25 ਆਇਤ 3 ਵਾਰੀ ਬੈਂਤਾਂ ਦੀ ਮਾਰ ਖਾਧੀ, 1 ਵਾਰੀ ਪਥਰਾਓ ਹੋਇਆ, 3 ਵਾਰ ਬੇੜੇ ਦੇ ਗਰਕਣ ਦਾ ਦੁੱਖ ਭੋਗਿਆ। Verse 26, 26 ਆਇਤ in journeys often, in perils
of waters, in perils of robbers, in perils of my own countrymen, in perils of Gentiles, in perils of the city, in perils in the wilderness, in perils in the sea, in perils among false brethren. And he goes on. ਔਰ ਇੱਥੇ 26 ਆਇਤ ਵਿੱਚ ਉਹ ਕਹਿੰਦਾ ਕਿ ਕਿਸ ਤਰ੍ਹਾਂ ਉਹਨਾਂ ਪੈਂਡਿਆਂ ਵਿੱਚ, ਦਰਿਆਵਾਂ ਦੀਆਂ ਭੌਜਲਾਂ ਵਿੱਚ, ਡਾਕੂਆਂ ਦੀਆਂ ਭੌਜਲਾਂ ਵਿੱਚ, ਆਪਣੇ ਕੌਮ ਵੱਲੋਂ ਭੌਜਲਾਂ ਵਿੱਚ, ਪਰਾਈਆਂ ਕੌਮਾਂ ਦੀ ਭੌਜਲਾਂ ਵਿੱਚ, ਇਸ ਤਰ੍ਹਾਂ ਉਹ ਇਹ ਜਿਹੜੀ ਲਿਸਟ ਹੈ ਲੰਬੀ ਹੋਰ ਕਰੀ ਜਾਂਦਾ ਹੈ। Paul is saying, if anybody doubts I'm an apostle, ਔਰ ਪੌਲਸ ਕਹਿੰਦਾ ਕਿ ਜੇ ਕੋਈ ਸ਼ੱਕ ਕਰਦਾ ਆ ਮੇਰੇ ਉੱਤੇ ਕਿ ਮੈਂ ਰਸੂਲ ਹੈਗਾ ਕਿ ਨਹੀਂ, well, just look at my record, look at my sufferings for the sake of the gospel. ਔਰ ਕਹਿੰਦਾ ਕਿ ਦੇਖੋ ਜੋ ਮੈਂ ਪ੍ਰਭੂ ਦੇ ਜੋ ਵਚਨਾਂ ਦੀ ਖਾਤਰ ਜਿਹੜੇ ਮੈਂ ਦੁੱਖ ਉਠਾਏ ਆ ਉਹਨਾਂ ਵੱਲ ਧਿਆਨ ਦਿਓ। In chapter 12, 12 ਅਧਿਆਇ ਦੇ he ਵਿੱਚ talks about a thorn in the flesh, ਔਰ ਇੱਥੇ ਕੀ ਗੱਲ ਕਰਦਾ ਕਿ ਜਿਹੜੇ ਉਹਦੇ ਸਰੀਰ ਦੇ ਵਿੱਚ ਕੰਡਾ ਆ, some type of physical pain ਔਰ ਹੋ ਸਕਦਾ ਕਿ ਕੋਈ ਉਹਦੇ ਸਰੀਰਕ ਦਾ ਜਿਹੜਾ ਕੋਈ ਦੁੱਖ ਹੋਵੇ that was in his body that would not be removed. ਕਿ ਜਿਹੜਾ ਉਹ ਕੰਡਾ ਜਿਹੜਾ ਨਹੀਂ ਕੱਢਿਆ ਗਿਆ। This man has known troubles and trials and beatings. ਔਰ ਇਹ ਜਿਹੜਾ ਮਨੁੱਖ ਆ ਇਹਨੇ ਬਹੁਤ ਕੁਝ ਦੇਖਿਆ ਆ ਕਿ ਕਿਸ ਤਰ੍ਹਾਂ ਜਿਹੜੇ ਦੁੱਖ ਹੁੰਦੇ ਆ ਉਹ ਕਿਦਾਂ ਕੁੱਟਿਆ ਮਾਰਿਆ ਗਿਆ, ਦੁੱਖਾਂ ਵਿੱਚ ਲੰਘਿਆ। Physical pain, emotional pain, he's being attacked by his critics. ਕਿ ਇਹ ਕਿਸ ਤਰ੍ਹਾਂ ਉਹਨੇ ਜਿਹੜੇ ਦੁੱਖ ਉਠਾਏ ਆਪਣੇ ਸਰੀਰਕ ਤੌਰ ਤੇ ਜਾਂ ਜਿਹੜੇ ਦਿਮਾਗੀ ਤੌਰ ਤੇ, ਔਰ ਕਿਸ ਤਰ੍ਹਾਂ ਲੋਕ ਉਹਦੇ ਉੱਤੇ ਨੁਕਤਾਚੀਨੀ ਕਰਦੇ ਆ। And yet Paul says in chapter 4, ਪਰ ਫਿਰ ਵੀ ਦੇਖਦੇ ਆ ਕਿ ਚੌਥੇ ਅਧਿਆਇ 'ਚ ਪੌਲ ਕੀ ਕਹਿੰਦਾ ਆ, we do not lose heart. ਕਹਿੰਦਾ ਕਿ ਅਸੀਂ ਹੌਸਲਾ ਨਹੀਂ ਹਾਰਦੇ। He does not lose courage. ਉਹ ਕਿ ਜਿਹੜਾ ਦਿਲ ਕਹਿੰਦਾ ਮੈਂ ਦਿਲ ਨਹੀਂ ਛੱਡਦੇ, He's not faint-hearted. ਔਰ ਕਿ ਉਹ ਕਿ ਹੁਣ ਇਸ ਵੇਲੇ ਦਿਲ ਉਹ ਉਦਾਸ ਨਹੀਂ ਹੋ He ਗਿਆ। doesn't waver or zeal in his passion for God and for Christ and the gospel. ਕਿ ਹੁਣ ਕਿ ਜੋ ਗੈਰਤ ਉਹਦੇ ਦਿਲ ਵਿੱਚ ਹੈਗੀ ਆ ਪਰਮੇਸ਼ਰ ਦੇ ਵਾਸਤੇ, ਪ੍ਰਭੂ ਦੇ ਬਚਨਾਂ ਦੀ ਖਾਤਰ, ਉਹ ਇਦਾਂ ਨਹੀਂ ਕਿ ਉਹ ਉਹਦੇ ਵਿੱਚ ਉਹ ਢਿੱਲਾ ਪੈ ਗਿਆ। It didn't prevent obedience and service to God. ਕਿ ਉਹਦੇ ਵਿੱਚ ਉਹ ਅਨਾਗਿਆਕਾਰੀ ਦੇ ਵਿੱਚ ਨਹੀਂ ਡਿੱਗ ਪਿਆ। Brother, sister, ਭੈਣੋ ਤੇ ਭਾਈਓ, as we live this Christian life out, ਔਰ ਇਹ ਜਦੋਂ ਅਸੀਂ ਆਪਣਾ ਜਿਹੜਾ ਮਸੀਹੀ ਜੀਵਨ ਗੁਜ਼ਾਰਦੇ ਹਾਂ, there will be times when you feel like packing it in, throwing in the towel. ਔਰ ਕਿ ਉਹ ਸਮਾਂ ਹੋਊਗਾ ਜਦੋਂ ਅਸੀਂ ਮਹਿਸੂਸ ਕਰਾਂਗੇ ਕਿ ਇਹ ਸਾਰਾ ਕੁਝ ਬੰਦ ਕਰ ਦੇਣਾ ਚਾਹੀਦਾ, ਇਹਦੇ 'ਚ ਕੋਈ ਅੱਗੇ ਵਧਣ ਦਾ ਕੋਈ ਕੰਮ When ਨਹੀਂ। you will be discouraged. ਉਹ ਕਿ ਜਦੋਂ ਤੁਸੀਂ ਕਈ ਵਾਰੀ ਹੌਸਲਾ ਹਾਰ When ਜਾਓਗੇ, things will seem on top of you and you will lose heart. ਕਿ ਉਹ ਸਮੇਂ ਆਉਣਗੇ ਕਿ ਜਦੋਂ ਤੈਨੂੰ ਮਹਿਸੂਸ ਹੋਊਗਾ ਕਿ ਇਹ ਤੇ ਹੁਣ ਹੱਦੋਂ ਵੱਧ ਕੇ ਸਾਡੇ ਜਿਹੜੇ ਬੋਧ ਵੱਧ ਗਏ ਆ। But remember, Paul says here, despite his circumstances, we do not lose heart. ਪਰ ਇੱਥੇ ਪੌਲਸ ਰਸੂਲ ਦੇ ਯਾਦ ਰੱਖਣੇ ਬਚਨ ਜਦੋਂ ਉਹ ਕਹਿੰਦਾ ਆ ਕਿ ਭਾਵੇਂ ਦੁੱਖਾਂ ਮੁਸੀਬਤਾਂ ਦੇ ਵਿੱਚ ਹੈਗੇ ਆ ਫਿਰ ਵੀ ਅਸੀਂ ਹੌਸਲਾ ਨਹੀਂ ਹਾਰਦੇ। Now, here in chapter 4, ਔਰ ਇੱਥੇ ਜਿਹੜਾ ਚੌਥਾ Paul ਅਧਿਆਇ lists various reasons why he does not lose heart. ਔਰ ਇੱਥੇ ਕਿ ਫਰਕ ਗੱਲਾਂ ਦੇ ਵਿੱਚ ਦੇਖਦੇ ਆ ਕਿ ਉਹ ਜਦੋਂ ਹੌਸਲਾ ਨਹੀਂ ਹਾਰਦਾ, And we don't have time to explore everything. ਔਰ ਸਾਰਾ ਕੁਝ ਨਹੀਂ ਦੇਖ ਸਕਦੇ, But just let me draw out a number of reasons. ਪਰ ਕੁਝ ਕਾਰਨ ਦੇਖਾਂਗੇ। So our second point is this. ਔਰ ਦੂਸਰੀ ਗੱਲ ਇਹ ਆ, We do not lose heart because we have a treasure in earthen vessels. ਔਰ ਇਸ ਕਰਕੇ ਅਸੀਂ ਹੌਸਲਾ ਨਹੀਂ ਹਾਰਦੇ ਕਿਉਂਕਿ ਇਹ ਜਿਹੜਾ ਖਜ਼ਾਨਾ ਆ ਸਾਡੇ ਮਿੱਟੀ ਦੇ ਭਾਂਡਿਆਂ ਵਿੱਚ ਸਾਡੇ ਕੋਲ ਆ। Look at verse 7. 7ਵੀਂ ਆਇਤ, But we have this treasure in earthen vessels. ਇਹ ਖਜ਼ਾਨਾ ਸਾਡੇ ਕੋਲ ਮਿੱਟੀ ਦੇ ਭਾਂਡਿਆਂ ਵਿੱਚ ਹੈ। Now, what is he talking about here? ਇੱਥੇ ਕੀ ਗੱਲ ਕਰਦਾ ਆ? Now, some people read this ਔਰ ਕਈ ਵਾਰੀ ਲੋਕ ਇਹ ਪੜ੍ਹਦੇ ਆ and they think it's talking about the Holy Spirit ਔਰ ਕਈ ਵਾਰੀ ਸੋਚਦੇ ਕਿ ਜਿਹੜਾ ਪਿੱਤਰ ਆਤਮਾ ਉਹਦੀ ਗੱਲ ਹੋ ਰਹੀ ਆ who indwells us. ਕਿ ਜਿਹੜਾ ਸਾਡੇ ਅੰਦਰ ਵਾਸ ਕਰਦਾ Now, ਆ। theologically, that's not a problem. ਔਰ ਇਹ ਜੇ ਦੇਖਿਆ ਜਾਵੇ ਕਿਸੇ ਤਰੀਕੇ ਨਾਲ ਕੋਈ ਗਲਤ ਨਹੀਂ ਹੈਗਾ We know that we are indwelt by the Holy Spirit. ਕਿਉਂਕਿ ਸਾਨੂੰ ਪਤਾ ਆ ਕਿ ਜਿਹੜਾ ਪਿੱਤਰ ਆਤਮਾ ਵਾਸ ਕਰਦਾ ਆ। But that's not what he's talking about in the context of this passage. ਪਰ ਇੱਥੇ ਜਿਹੜੀਆਂ ਐਤਾਂ ਆ ਉਹਨਾਂ ਦੇ ਵਿੱਚ ਇਹ ਗੱਲ ਨਹੀਂ ਕਰ ਰਿਹਾ। He's not talking about the Holy Spirit. ਇੱਥੇ ਪਿੱਤਰ ਆਤਮਾ ਨਹੀਂ ਗੱਲ ਕਰ ਰਿਹਾ ਉਹ। He's speaking here of the gospel. ਇੱਥੇ ਕਹਿੰਦਾ ਕਿ ਜਿਹੜੇ
ਪ੍ਰਭੂ ਦੇ ਖੁਸ਼ਖਬਰੀ ਜਿਹੜੇ ਵਚਨ ਪ੍ਰਭੂ ਨੇ ਦਿੱਤੇ ਹੋਏ In ਆ verse 1, he calls it this ministry. ਔਰ ਕਹਿੰਦਾ ਇਹ ਕਿ ਜੋ ਇਹ ਜਿਹੜੀ ਸੇਵਾ ਜਿਹੜੀ ਆ ਪ੍ਰਭੂ ਦੀ ਦਿੱਤੀ ਹੋਈ Therefore, since we have this ministry, as we have received mercy, we do not lose heart. ਔਰ ਕਹਿੰਦਾ ਕਿ ਜਦੋਂ ਦੀ ਇਹ ਸੇਵਾ ਪ੍ਰਭੂ ਨੇ ਸਾਨੂੰ ਦਿੱਤੀ ਆ ਅਸੀਂ ਉਹ 'ਚ ਲੱਗੇ ਹੋਏ ਆ ਔਰ ਅਸੀਂ ਹੌਸਲਾ ਨਹੀਂ ਹਾਰਦੇ So this ministry, the ministry of the gospel. ਔਰ ਇਹ ਸੇਵਾ ਕਿ ਜਿਹੜੀ ਪ੍ਰਭੂ ਦੇ ਵਚਨਾਂ ਦੀ ਖੁਸ਼ਖਬਰੀ ਨੂੰ ਅੱਗੇ ਫੈਲਾਉਣ ਦੀ ਸੇਵਾ In verse 3, ਤੀਸਰੀ ਆਇਤ ਦੇ ਵਿੱਚ he calls the same thing our gospel. ਔਰ ਕਿ ਉਹੀ ਗੱਲ ਕਰਦਾ ਕਿ ਜਿਹੜੀ ਇਹ ਖੁਸ਼ਖਬਰੀ ਵਚਨਾਂ ਦੀ The gospel that opens the eyes of the blind. ਕਿ ਉਹ ਖੁਸ਼ਖਬਰੀ ਉਹ ਪ੍ਰਭੂ ਦੇ ਵਚਨ ਕਿ ਜਿਹੜੇ ਅੰਨ੍ਹਿਆਂ ਦੇ ਅੱਖਾਂ ਨੂੰ ਖੋਲ੍ਹਦੇ ਆ And now the same thing in verse 7, he calls the same thing this treasure. ਔਰ ਇਹ ਫਿਰ ਉਹ ਜਦੋਂ ਗੱਲ ਕਰਦਾ ਕਿ ਇਹ ਜਿਹੜਾ ਖਜ਼ਾਨਾ ਆ So Paul was given the gospel. ਕਿ ਇੱਥੇ ਪੌਲਸ ਨੂੰ ਜੋ ਇਹ ਅੰਜੀਲ ਖੁਸ਼ਖਬਰੀ ਦੀ ਸੇਵਾ ਦਿੱਤੀ ਗਈ To teach and preach to others. ਕਿ ਉਹ ਦੂਸਰਿਆਂ ਦੇ ਕੋਲ ਇਹ ਪਹੁੰਚਾਵੇ ਉਹਨਾਂ ਨੂੰ ਸਿਖਾਵੇ That is why he does not lose heart. ਔਰ ਇਸ ਕਰਕੇ ਉਹ ਹੌਸਲਾ ਨਹੀਂ ਹਾਰਦਾ He has the pearl of great price. ਕਿ ਉਹ ਉਹਦੇ ਕੋਲ ਇੱਕ ਹੈਗਾ ਮੋਤੀ ਕਿ ਜਿਹੜਾ ਬਹੁਤ ਕੀਮਤੀ ਮੋਤੀ He ਹੈ has the greatest message in the world. ਕਿ ਉਹਦੇ ਕੋਲ ਇਹ ਪੈਗਾਮ ਆ ਕਿ ਜਿਹੜਾ ਬਹੁਤ ਕੀਮਤੀ ਹੈ ਦੁਨੀਆ ਦੇ ਵਿੱਚ But this treasure is given to earthen vessels, ਪਰ ਇਹ ਜਿਹੜਾ ਖਜ਼ਾਨਾ ਆ ਇਹ ਮਿੱਟੀ ਦੇ ਭਾਂਡੇ ਵਿੱਚ ਰੱਖਿਆ ਹੋਇਆ which means ordinary household vessels, jars of clay that are worth nothing. ਕਿ ਉਹ ਮਤਲਬ ਕਿ ਜਿਹੜੇ ਮਿੱਟੀ ਦੇ ਭਾਂਡੇ ਹੁੰਦੇ ਆ ਜਦੋਂ ਘਰਾਂ ਦੇ ਵਿੱਚ ਮਿੱਟੀ ਦੇ ਭਾਂਡੇ ਤੋਂ ਕੀ ਹੁੰਦਾ ਕਿ ਉਹਨਾਂ ਦੀ ਕੋਈ ਬਾਹਲੀ ਕਾਬਲੀਅਤ ਨਹੀਂ ਹੁੰਦੀ ਉਹ ਘਰਾਂ ਦੇ ਵਿੱਚ ਹੁੰਦੇ ਆ Do we have treasures at home? ਕੀ ਸਾਡੇ ਘਰਾਂ ਦੇ ਵਿੱਚ ਖਜ਼ਾਨੇ ਹੈਗੇ ਆ Things that are valuable? ਕਿ ਉਹ ਜਿਹੜੀਆਂ ਕਿ ਬਹੁਤ ਕੀਮਤੀ ਚੀਜ਼ਾਂ ਆ Indians love their gold. ਕਿ ਜਿਹੜੇ ਹੈਗੇ ਆ ਆਪਣਾ ਇੰਡੀਅਨ ਉਹ ਸੋਨਾ ਬੜਾ ਪਸੰਦ ਕਰਦੇ ਆ India is one of the world's largest consumers of gold after China. ਔਰ ਚਾਈਨਾ ਤੋਂ ਬਾਅਦ ਦੂਸਰੇ ਨੰਬਰ ਤੇ ਇੰਡੀਆ ਦਾ ਨੰਬਰ ਆਉਂਦਾ ਹੈ ਕਿ ਜਿਹੜੇ ਸੋਨਾ ਬਹੁਤ ਲੋਕੀ ਜਿਹੜੇ ਰੱਖਦੇ ਆ ਜਾਂ ਉਹਨਾਂ ਕੋਲ ਹੈਗਾ ਆ People in the villages in India ਔਰ ਜਿਹੜੇ ਪਿੰਡਾਂ ਦੇ ਵਿੱਚ ਇੰਡੀਆ ਦੇ may not have toilets, ਔਰ ਹੋ ਸਕਦਾ ਕਿ ਉਹਨਾਂ ਦੇ ਕੋਲ ਜਿਹੜੀਆਂ ਟਾਇਲਟਾਂ ਦੇ ਘਰਾਂ ਵਿੱਚ ਨਾ ਹੋਣ but they'll have gold. ਪਰ ਉਹਨਾਂ ਦੇ ਕੋਲ ਸੋਨਾ ਜ਼ਰੂਰ ਹੁੰਦਾ If you go to an Asian wedding, ਜੇ ਜਿਹੜਾ ਇਹ ਹੈਗੀ ਆ ਏਸ਼ੀਅਨ ਕੋਈ ਵਿਆਹ ਸ਼ਾਦੀ you'll see massive gold necklaces. ਔਰ ਉੱਥੇ ਜਿਹੜੇ ਆ ਕਿ ਜਿਹੜੇ ਸੋਨੇ ਦੇ ਹਾਰ ਬੜੇ ਬੜੇ ਪਾਏ ਹੁੰਦੇ ਆ Now, where do Indians, Asians keep their gold? ਔਰ ਉਹ ਜਿਹੜੇ ਇਹ ਸੋਨੇ ਦੇ ਜਿਹੜੇ ਹੈਗੇ ਆ ਜੇਵਰ ਉਹ ਕਿੱਥੇ ਰੱਖਦੇ ਆ Is it in jars of clay, flower pots with cracks in them that leak? ਕਿ ਉਹ ਉੱਥੇ ਰੱਖਦੇ ਆ ਜਿੱਥੇ ਉਹ ਕੋਈ ਹੈਗੇ ਆ ਮਿੱਟੀ ਦੇ ਜਾਂ ਕੋਈ ਭਾਂਡੇ ਆ ਜਿਹਨਾਂ ਨੂੰ ਤੀੜਾਂ ਆਈਆਂ ਹੋਈਆਂ ਉਹ ਉੱਥੇ ਰੱਖਦੇ ਆ No. ਨਹੀਂ Most people keep their gold in the bank where they are insured. ਔਰ ਉਹ ਉੱਥੇ ਰੱਖਦੇ ਆ ਕਿ ਜਿੱਥੇ ਉਹਨਾਂ ਨੇ ਬੈਂਕਾਂ ਦੇ ਵਿੱਚ ਆਪਣੇ ਰੱਖੇ ਹੋਏ ਆ ਜਿੱਥੇ ਉਹਨਾਂ ਦਾ ਪਤਾ ਕਿ ਇੱਥੇ ਕੋਈ ਘਾਟਾ ਨਹੀਂ ਹੋਣਾ But what has God done? ਪਰ ਪਰਮੇਸ਼ਰ ਕੀ ਕਰਦਾ ਆ Where does he keep his treasure? ਪਰਮੇਸ਼ਰ ਆਪਣਾ ਜਿਹੜਾ ਖਜ਼ਾਨਾ ਆ ਉਹ ਕਿੱਥੇ ਰੱਖਦਾ ਆ He has invested his treasure in pots of clay. ਪਰ ਪਰਮੇਸ਼ਰ ਨੇ ਕਿੱਥੇ ਰੱਖਿਆ ਇਹ ਖਜ਼ਾਨਾ ਜਿਹੜਾ ਬਹੁਤ ਕੀਮਤੀ ਆ ਉਹ ਜਿਹੜੇ ਮਿੱਟੀ ਦੇ ਭਾਂਡੇ ਆ ਉਹਨਾਂ ਦੇ ਵਿੱਚ ਰੱਖਿਆ ਹੋਇਆ He's talking about you and me if we are Christians, weak, frail, dying, decaying people. ਕਿ ਉਹ ਕੀ ਗੱਲ ਕਰਦਾ ਮਿੱਟੀ ਦੇ ਭਾਂਡੇ ਦੀ ਕਿ ਜਿਹੜੇ ਤੁਸੀਂ ਤੇ ਮੈਂ ਕਿ ਜਿਹੜੇ ਅਸੀਂ ਇਸ ਸਰੀਰ ਦੇ ਵਿੱਚ ਆ ਜਿਹੜਾ ਨਾਜ਼ੁਕ ਜਿਹਾ ਸਰੀਰ ਆ ਜਿਹੜਾ ਨਾਸ਼ ਹੋ ਰਿਹਾ ਜਿਹੜਾ ਕਮਜ਼ੋਰ ਜਿਹਾ ਸਰੀਰ ਆ God has given this glorious gospel to broken and vulnerable people called Christians. ਇਹ ਪਰਮੇਸ਼ਰ ਨੇ ਇਹ ਜਿਹੜਾ ਧਨ ਆ ਜਾਂ ਜਿਹੜਾ ਖਜ਼ਾਨਾ ਦਿੱਤਾ ਆ ਲੋਕਾਂ ਨੂੰ ਉਹ ਕਿ ਜਿਹੜੇ ਮਸੀਹੀ ਲੋਕ ਕਮਜ਼ੋਰ ਜਿਹੇ ਜਿਹੜੇ ਨਤਾਣੇ ਜਿਹੇ ਲੋਕ ਆ ਉਹਨਾਂ ਵਿੱਚ ਰੱਖਿਆ To ਹੋਇਆ declare this treasure to the world. ਤੇ ਕਹਿੰਦਾ ਕਿ ਪ੍ਰਭੂ ਕਿ ਤੁਸੀਂ ਜਾਓ ਇਹ ਤੁਸੀਂ ਜਾ ਕੇ ਦੁਨੀਆ ਨੂੰ ਇਹਦਾ ਪੈਗਾਮ ਸੁਣਾਓ We don't deserve such treasure. ਔਰ ਇਹ ਕਿ ਅਸੀਂ ਇਸ ਹੱਕਦਾਰ ਨਹੀਂ ਇਸ But ਖਜ਼ਾਨੇ God ਦੇ has been so generous and kind and gracious. ਪਰ ਪਰਮੇਸ਼ਰ ਸਾਡੇ ਤੇ ਇੰਨਾ ਦਇਆਵਾਨ ਹੋਇਆ How could we lose heart? ਔਰ ਫਿਰ ਅਸੀਂ ਕਿਸ ਤਰ੍ਹਾਂ ਹੌਸਲਾ ਹਾਰ ਸਕਦੇ ਹਾਂ We have this treasure. ਕਿਉਂਕਿ ਇਹ ਸਾਡੇ ਕੋਲ ਖਜ਼ਾਨਾ ਆ But why has God given this treasure to earthen vessels? ਪਰ ਪਰਮੇਸ਼ਰ ਨੇ ਇਹ ਜਿਹੜਾ ਹੈਗਾ ਮਿੱਟੀ ਦੇ ਭਾਂਡੇ ਇਹਨਾਂ ਦੇ ਵਿੱਚ ਕਿਉਂ ਇਹ ਖਜ਼ਾਨਾ ਦਿੱਤਾ Look at verse 7. Uh, Again,
But we have this treasure in earthen vessels that the excellence of the power may be of God and not of us. ਸਤਿਆਤ ਪਰ ਇਹ ਖਜ਼ਾਨਾ ਸਾਡੇ ਕੋਲ ਮਿੱਟੀ ਦੀਆਂ ਭਾਂਡਿਆਂ ਵਿੱਚ ਹੈ ਤਾਂ ਜੋ ਸਮਰਥਾ ਦਾ ਅਤ ਵੱਡਾ ਮਹਾਤਮ ਪਰਮੇਸ਼ਰ ਦੀ ਵੱਲੋਂ ਸਾਡੇ ਵੱਲੋਂ ਮਲੂਮ ਨਾ ਹੋਵੇ। The reason why he's done it ਕਿਉਂ ਪਰਮੇਸ਼ਰ ਨੇ ਇਹ ਹੋਣ ਦਿੱਤਾ is that so that when we take this treasure to others, ਕਿ ਜਦੋਂ ਅਸੀਂ ਇਹ ਖਜ਼ਾਨਾ ਦੂਸਰਿਆਂ ਦੇ ਕੋਲ ਲੈ ਕੇ ਜਾਂਦੇ ਹਾਂ it will not be in our own strength, but in the strength he supplies, and then he gets the glory. ਤਾਂ ਕਿ ਫਿਰ ਉਹ ਜਿਹੜਾ ਖਜ਼ਾਨਾ ਅਸੀਂ ਲੈ ਕੇ ਜਾਂਦੇ ਹਾਂ ਅਸੀਂ ਆਪਣੀ ਤਾਕਤ ਦੇ ਵਿੱਚ ਨਹੀਂ ਲੈ ਕੇ ਜਾਂਦੇ ਪਰ ਪਰਮੇਸ਼ਰ ਦੀ ਤਾਕਤ ਵਿੱਚ ਲੈ ਕੇ ਜਾਂਦੇ ਤਾਂ ਕਿ ਪਰਮੇਸ਼ਰ ਦੀ ਮਹਿਮਾ ਹੋਵੇ। This is why we do not lose heart. ਔਰ ਇਸ ਕਰਕੇ ਅਸੀਂ ਜਿਹੜਾ ਹੌਸਲਾ ਨਹੀਂ ਹਾਰਦੇ। This is why God has entrusted the treasure to us. ਔਰ ਇਸੇ ਕਰਕੇ ਪਰਮੇਸ਼ਰ ਨੇ ਜਿਹੜਾ ਖਜ਼ਾਨਾ ਸਾਨੂੰ ਸੌਂਪਿਆ। Because we are weak and frail. ਕਿਉਂਕਿ ਅਸੀਂ ਜਿਹੜੇ ਕਮਜ਼ੋਰ ਆ ਨਤਾਣੇ ਆ। And he demonstrates ਔਰ ਇੱਥੇ ਵੀ ਪਰਮੇਸ਼ਰ ਜ਼ਾਹਰ ਕਰਦਾ that ਆ। his power is able to keep us and help us. ਔਰ ਕਿ ਜ਼ਾਹਰ ਕਰਦਾ ਪਰਮੇਸ਼ਰ ਕਿ ਪਰਮੇਸ਼ਰ ਦੀ ਜਿਹੜੀ ਤਾਕਤ ਹੈ ਉਹਦੀ ਸਮਰੱਥਾ ਹੈ ਉਹ ਸਾਨੂੰ ਸੰਭਾਲ ਸਕਦੀ ਹੈ। And nothing will ultimately crush our faith. ਔਰ ਜਿਹੜਾ ਸਾਡਾ ਵਿਸ਼ਵਾਸ ਆ ਉਹ ਕੋਈ ਵੀ ਚੀਜ਼ ਉਹਨੂੰ ਤਬਾਹ ਨਹੀਂ He ਕਰੂਗੀ। says this in verse 8 and 9, but we don't have time to explore it. ਔਰ ਜਿਹੜੀ 8 ਦੇ 9 ਤੱਕ ਅੱਗੇ ਦੇਖਦਾ ਬੜਾ ਸਮਾਂ ਨਹੀਂ ਇਹਨੂੰ ਡੂੰਘੇ ਦੇਖਣ ਦਾ। This is why we do not lose heart. ਔਰ ਇਸ ਕਰਕੇ ਕਹਿੰਦਾ ਕਿ ਅਸੀਂ ਹੌਸਲਾ ਨਹੀਂ ਹਾਰਦੇ। We have this treasure, ਔਰ ਕਿ ਇਹ ਸਾਡੇ ਕੋਲ ਖਜ਼ਾਨਾ ਆ the gospel, ਕਿ ਜਿਹੜੀ ਖੁਸ਼ਖਬਰੀ ਆ entrusted to earthen vessels. ਕਿ ਇਹ ਕਿ ਜਿਹੜਾ ਮਿੱਟੀ ਦੇ ਭਾਂਡਿਆਂ ਵਿੱਚ ਰੱਖਿਆ ਹੋਇਆ। Thirdly, then, ਤੀਸਰੀ ਗੱਲ we do not lose heart ਅਸੀਂ ਇਸ ਕਰਕੇ ਹੌਸਲਾ ਨਹੀਂ ਹਾਰਦੇ because we are being inwardly renewed. ਕਿਉਂਕਿ ਅਸੀਂ ਜਿਹੜੇ ਅੰਦਰੋਂ ਤਕੜੇ ਕੀਤੇ ਜਾਂਦੇ ਆ। In verse 16, Paul says this, ਔਰ 16 ਵਿੱਚ ਪੌਲਸ ਕਹਿੰਦਾ ਆ therefore we do not lose heart, even though our outward man is perishing, yet the inward man is being renewed day by day. ਔਰ 16 ਦੇ ਵਿੱਚ ਇਸ ਕਾਰਨ ਅਸੀਂ ਹੌਸਲਾ ਨਹੀਂ ਹਾਰਦੇ ਸਗੋਂ ਭਾਵੇਂ ਸਾਡੀ ਬਾਹਰਲੀ ਇਨਸਾਨੀਅਤ ਨਾਸ਼ ਹੁੰਦੀ ਜਾਂਦੀ ਹੈ ਪਰ ਅੰਦਰਲੀ ਇਨਸਾਨੀਅਤ ਦਿਨੋਂ ਦਿਨ ਨਵੀਂ ਹੁੰਦੀ ਜਾਂਦੀ ਹੈ। Paul knew what we all know, ਔਰ ਪੌਲਸ ਨੂੰ ਪਤਾ ਸੀਗਾ ਅਸੀਂ ਵੀ ਜਾਣਦੇ ਹਾਂ that every year that goes by, when it's our birthday, we become older. ਕਿ ਜਿਸ ਤਰ੍ਹਾਂ ਸਮਾਂ ਬੀਤਦਾ ਜਾਂਦਾ ਆ ਔਰ ਜਦੋਂ ਇੱਕ ਸਾਲ ਲੰਘ ਜਾਂਦਾ ਫਿਰ ਜਦੋਂ ਸਾਡੇ ਜਿਹੜੇ ਬਰਥਡੇ ਆਉਂਦੇ ਆ ਸਾਨੂੰ ਪਤਾ ਕਿ ਅਸੀਂ ਹੋਰ ਬੁੱਢੇ ਹੋ ਗਏ ਆ। And this body is decaying, it's perishing. ਔਰ ਇਹ ਜਿਹੜਾ ਸਰੀਰ ਆ ਇਹ ਹੁਣ ਹੋਰ ਕਮਜ਼ੋਰ ਹੋ ਰਿਹਾ। That's enough to make us lose heart. ਔਰ ਇਹਦੇ ਦੁਆਰਾ ਵੀ ਸਾਨੂੰ ਹੌਸਲਾ ਕਈ ਵਾਰੀ ਹਾਰ ਜਾਂਦੇ ਆ। My wife and I are of a similar age. ਔਰ ਭਾਈ ਕਹਿੰਦੇ ਕਿ ਪਤਨੀ ਇਹਨਾਂ ਦੀ ਤੇ ਕਿ ਅਸੀਂ ਦੋਨੇ ਤਕਰੀਬਨ ਇੱਕ She's ਉਮਰ just a few years older, ਔਰ ਕੁਛ ਸਾਲ ਮੇਰੇ ਤੋਂ ਵੱਡੀ ਆ but I've had a particular experience many times. ਔਰ ਕੁਛ ਇਸ ਤਰ੍ਹਾਂ ਦਾ ਤਜਰਬਾ ਬਹੁਤ ਵਾਰੀ ਹੋ ਚੁੱਕਾ ਆ। When we first came to this church, ਔਰ ਜਦੋਂ ਅਸੀਂ ਇੱਥੇ ਪਹਿਲਾਂ ਇਸ ਮੰਡਲੀ ਵਿੱਚ ਆਏ ਸੀ I phoned a member of the church. ਔਰ ਜਿਹੜੇ ਸੀਗੇ ਮੰਡਲੀ ਦੇ ਮੈਂਬਰ ਉਹਨਾਂ ਨੂੰ ਫੋਨ ਕੀਤਾ The church was just getting to know us. ਔਰ ਕਿ ਉਹ ਕਿ ਜਦੋਂ ਜਾਣ ਪਛਾਣ ਜਦੋਂ ਚਰਚ ਦੇ ਨਾਲ ਹੋਈ His son picked the phone up, ਔਰ ਉਹਦੇ ਜਿੱਥੇ ਮੈਂ ਫੋਨ ਕੀਤਾ ਉਹਦੇ ਲੜਕੇ ਨੇ ਚੱਕਿਆ and I heard him calling his dad, ਔਰ ਉਹਨੇ ਆਪਣੇ ਡੈਡ ਨੂੰ ਆਵਾਜ਼ ਮਾਰੀ saying, Dad, it's Geeta's father on the phone. ਔਰ ਉਹਨੇ ਕਿਹਾ ਕਿ ਗੀਤਾ ਦਾ ਜਿਹੜਾ ਹੈਗਾ ਆ ਡੈਡ ਆ ਉਹ ਤੇਰੇ ਨਾਲ ਗੱਲ ਕਰਨੀ ਚਾਹੁੰਦਾ ਆ। I looked old. ਔਰ ਮੈਂ ਬਜ਼ੁਰਗ ਮਹਿਸੂਸ ਕੀਤਾ। A few years ago, when I was 47, ਕੁਝ ਸਾਲ ਪਹਿਲਾਂ ਜਦੋਂ ਮੈਂ 47 ਸਾਲ ਦਾ ਸੀ I had the privilege of going to Nepal and preaching there. ਔਰ ਉੱਥੇ ਮੈਨੂੰ ਆਦਰ ਮਿਲਿਆ ਕਿ ਮੈਂ ਨੇਪਾਲ ਦੇ ਜਾ ਕੇ ਪ੍ਰਭੂ ਦਾ ਵਚਨ ਵੰਡਾਂ। One of the young men came to me and said, Uncle, you are old. Uncle, you are young. ਔਰ ਉੱਥੇ ਮੈਨੂੰ ਕਿਸੇ ਨੇ ਆ ਕੇ ਕਿਹਾ ਕਿ ਅੰਕਲ ਤੂੰ ਕਾਫੀ ਜਵਾਨ ਆ। I was surprised. ਮੈਂ ਹੈਰਾਨ ਜਿਹਾ ਹੋਇਆ। I mean, he was a young man, and nobody calls me young. ਔਰ ਮੈਨੂੰ ਆਮ ਤੌਰ ਤੇ ਇਸ ਤਰ੍ਹਾਂ ਨਹੀਂ ਕਹਿੰਦੇ ਕਿ ਤੂੰ ਜਵਾਨ ਆ। People normally made me older than what I was because my beard was turning white and my hair was falling out. ਔਰ ਕਿਉਂਕਿ ਜਿਹੜੀ ਮੇਰੀ ਦਾੜੀ ਆ ਉਹ ਚਿੱਟੀ ਹੋ ਜਾਂਦੀ ਆ ਮੇਰੇ ਸਿਰ ਤੇ ਵਾਲ ਹੈ ਨਹੀਂ ਗੇ। Then I asked him a question which I now regret. ਔਰ ਫਿਰ ਉਹਨੂੰ ਮੈਂ ਇਹ ਸਵਾਲ ਪੁੱਛਿਆ ਜਿਹੜਾ ਮੈਂ ਹੁਣ ਅਫਸੋਸ ਕਰਦਾ ਆ। I said, how old do you think I am? ਔਰ ਫਿਰ ਉਹਨੂੰ ਮੈਂ ਕਿਹਾ ਕਿ ਕਿੰਨਾ ਕਿ ਤੇਰੀ ਖਿਆਲ ਚ ਮੈਂ He said, Uncle, you are young. ਔਰ ਕਿਹਾ ਕਿ ਅੰਕਲ ਤੂੰ ਤੇ ਬਹੁਤ ਜਵਾਨ ਆ। Then I pressed him. ਔਰ ਫਿਰ ਉਹਨੂੰ ਫਿਰ ਕਿਹਾ How old do you think I am? ਕਿਹਾ ਕਿ ਕਿੰਨਾ ਕਿ ਤੇਰਾ ਖਿਆਲ ਮੇਰੀ ਉਮਰ ਹੋਊਗੀ। And he said, you are under 60 years old. ਔਰ ਕਿਹਾ ਕਿ ਤੇਰੀ ਉਮਰ ਜਿਹੜੀ ਆ ਉਹ 60 ਸਾਲ ਤੋਂ ਥੱਲੇ ਆ।
I was 47 at the time. ਔਰ ਉਸ ਸਮੇਂ ਮੇਰੀ ਉਮਰ 47 ਸਾਲ ਦੀ So ਸੀ from feeling elated, I was totally deflated. ਔਰ ਮੈਂ ਜੋ ਮਹਿਸੂਸ ਅੱਛਾ ਕਰਦਾ ਸੀ ਫਿਰ ਹਵਾ ਨਿਕਲ ਗਈ Yeah, being in the ministry makes you age. ਔਰ ਇਹ ਸੇਵਾ ਜਿਹੜੀ ਆ ਇਹਦੇ 'ਚ ਕਈ ਵਾਰੀ ਤੁਹਾਡਾ ਔਖਾ ਹੁੰਦਾ ਤੇ ਉਹ ਜਿਹੜੀ ਲੱਗਦਾ ਕਿ ਬੰਦਾ ਹੁਣ ਬੁੱਢਾ ਹੋ ਰਿਹਾ And this year we'll feel our age. ਔਰ ਇਸ ਸਾਲ ਵੀ ਸਾਨੂੰ ਲੱਗਦਾ ਕਿ ਹਾਂ ਕਿ ਅਸੀਂ ਜਿਹੜੇ ਬਜ਼ੁਰਗ ਹੋ ਰਹੇ ਹਾਂ The body is dying. ਕਿਉਂਕਿ ਜਿਹੜਾ ਇਹ ਸਰੀਰ ਆ ਇਹ ਥੱਲੇ ਨੂੰ ਜਾ ਰਿਹਾ You feel those aches and pains. ਕਿ ਉਹ ਕਿ ਜਿਹੜੀਆਂ ਜਿਹੜੇ ਅਸੀਂ ਮਹਿਸੂਸ ਕਰਦੇ ਆ ਸਰੀਰ ਦੇ ਵਿੱਚ ਜਿਹੜੀਆਂ ਪੀੜਾਂ You have to undergo surgery or your medicine may increase. ਕਿ ਜਦੋਂ ਕਈ ਵਾਰੀ ਫਿਰ ਜਿਹੜੇ ਹੁੰਦਾ ਆ ਕਈ ਵਾਰੀ ਸਰਜਰੀ ਦੀ ਲੋੜ ਪੈਂਦੀ ਹੈ ਜਾਂ ਕਈ ਵਾਰੀ ਫਿਰ ਦਵਾਈਆਂ ਵੀ ਸ਼ੁਰੂ ਹੋ ਜਾਂਦੀਆਂ And you have a ministry and you want with all your heart to serve God. ਔਰ ਇਹ ਵੀ ਹੈਗਾ ਕਿ ਇੱਕ ਪਾਸੇ ਜਿਹੜੀ ਸੇਵਾ ਪਰਮੇਸ਼ਰ ਨੇ ਬਖਸ਼ੀ ਆ ਉਹਨੂੰ ਵੀ ਚਾਹੁੰਦੇ ਆ ਕਿ ਪੂਰੀ ਤਾਕਤ ਦੇ ਨਾਲ ਉਹਦੀ ਸੇਵਾ ਵਿੱਚ ਲੱਗਣਾ But physically you're not able to do it. ਪਰ ਜਿਹੜੀ ਸਰੀਰ ਆ ਤੁਹਾਡਾ ਉਹ ਵੀ ਤੁਹਾਨੂੰ ਕੁਝ ਦੱਸ ਰਿਹਾ ਹੁਣ Paul says in verse 16, do not lose heart. ਪਰ 16 ਐਤ ਦੇ ਵਿੱਚ ਪੌਲਸ ਕੀ ਕਹਿੰਦਾ ਕਿ ਤੁਸੀਂ ਹੌਸਲਾ ਨਹੀਂ ਅਸੀਂ ਹਾਰਦੇ Why? ਕਿਉਂ Because outwardly you are perishing. ਕਹਿੰਦਾ ਕਿ ਬਾਹਰੋਂ ਤਾਂ ਜਿਹੜਾ ਤੁਹਾਡਾ ਸਰੀਰ ਆ ਉਹ ਕਮਜ਼ੋਰ ਹੋ You ਰਿਹਾ are growing old. ਜੇ ਤੁਸੀਂ ਹੁਣ ਬੁੱਢੇ ਹੋ ਰਹੇ ਆ But inwardly you are being renewed ਪਰ ਕਹਿੰਦਾ day by day. ਪਰ ਕਹਿੰਦਾ ਜਿਹੜੇ ਅੰਦਰੋਂ ਜਿਹੜੀ ਤੁਹਾਡੀ ਇਨਸਾਨੀਅਤ ਆ ਉਹ ਦਿਨੋਂ ਦਿਨ ਉਹਨੂੰ ਤੈਨੂੰ ਤਕੜੇ ਕੀਤਾ ਜਾਂਦਾ He's ਹੈ saying as physically you grow older, ਕਹਿੰਦਾ ਕਿ ਜਿਹੜਾ ਸਰੀਰਕ ਤੌਰ ਤੇ ਹਾਂ ਬਾਹਰੋਂ ਤਾਂ ਅਸੀਂ ਜਿਹੜੇ ਬੁੱਢੇ ਹੋ ਰਹੇ ਆ spiritually the inward man is becoming more and more like Christ. This is what it means. ਔਰ ਇੱਥੇ ਉਹਦਾ ਮਤਲਬ ਇਹ ਆ ਕਹਿੰਦਾ ਕਿ ਜਿਹੜਾ ਅੰਦਰੋਂ ਇਨਸਾਨ ਆ ਉਹਨੂੰ ਜੋ ਉਹਦੀ ਜਿਹੜੀ ਤਬਦੀਲੀ ਹੋ ਰਹੀ ਹੈ ਉਹ ਮਸੀਹ ਵਰਗਾ ਦਿਨੋਂ ਦਿਨ ਬਣ ਰਿਹਾ As physically your strength fails, ਕਿ ਜਿਹੜੀ ਸਰੀਰਕ ਤੌਰ ਤੇ ਤਾਕਤ ਉਹ ਤੇ ਘਟਦੀ ਜਾਂਦੀ ਆ spiritually you can be refreshed and strengthened by God's word. ਪਰ ਜੋ ਆਤਮਿਕ ਤੌਰ ਤੇ ਅੰਦਰੋਂ ਜਿਹੜੀ ਤਾਕਤ ਆ ਸਾਨੂੰ ਪਰਮੇਸ਼ਰ ਦੇ ਬਚਨਾਂ ਦੇ ਨਾਲ ਮਿਲਦੀ ਹੈ He can help us grow ਔਰ ਉਹ ਸਾਡੀ ਮਦਦ ਕਰ ਸਕਦਾ ਕਿ ਅਸੀਂ ਤਕੜੇ ਵਧੀਏ spiritually when our physical health fails. ਕਿ ਜਦੋਂ ਸਾਡੀ ਜਿਹੜੀ ਸਰੀਰਕ ਤੌਰ ਤੇ ਜਿਹੜੀ ਸਿਹਤ ਆ ਬਾਲੀ ਚੰਗੀ ਨਾ ਹੋਵੇ ਪਰ ਆਤਮਿਕ ਤੌਰ ਤੇ ਅਸੀਂ ਤਕੜੇ ਹੋਈਏ And as Paul says, ਔਰ ਜਿਸ ਤਰ੍ਹਾਂ ਪੌਲਸ ਕਹਿੰਦਾ ਆ His strength is perfected in our weakness and our infirmities. ਪਰ ਕਹਿੰਦਾ ਕਿ ਜਿਹੜੀ ਪਰਮੇਸ਼ਰ ਦੀ ਜਿਹੜੀ ਤਾਕਤ ਆ ਉਹਨੂੰ ਫਿਰ ਅਸੀਂ ਮਹਿਸੂਸ ਕਰਦੇ ਆ ਆਪਣੀਆਂ ਕਮੀਆਂ ਕਮਜ਼ੋਰੀਆਂ ਦੇ ਵਿੱਚ Some of you may know of the American girl called Joni. ਔਰ ਕਈ ਵਾਰੀ ਸ਼ਾਇਦ ਤੁਹਾਨੂੰ ਪਤਾ ਹੋਵੇ ਕੋਈ ਲੜਕੀ She ਅਮਰੀਕਨ ਜੌਨੀ wrote a autobiography in the 1980s or 90s. ਔਰ ਉਹਨੇ ਸ਼ਾਇਦ 80 90 ਦੇ ਵਿੱਚ ਆਪਣੀ ਜਿਹੜੀ ਜੀਵਨ ਕਹਾਣੀ ਲਿਖੀ ਆ She had a bright future ਔਰ ਉਹਦਾ ਆਉਣ ਵਾਲਾ ਸਮਾਂ ਬਹੁਤ ਚੰਗਾ ਸੀ from a Christian family. ਉਹ ਮਸੀਹੀ ਘਰਾਣੇ ਤੋਂ ਸੀ And then as a teenager, she had an accident. ਔਰ ਉਹ ਇੱਕ ਜਵਾਨੀ ਦੇ ਵਿੱਚ ਜਦੋਂ ਵੱਡੀ ਹੋ ਰਹੀ ਸੀ ਉਹਦਾ ਐਕਸੀਡੈਂਟ ਹੋ She ਗਿਆ went swimming and she dived into the shallow end, not knowing that it was the shallow end. ਔਰ ਉਹਨੂੰ ਨਹੀਂ ਸੀ ਪਤਾ ਕਿ ਉੱਥੇ ਪਾਣੀ ਬੜਾ ਡੂੰਘਾ ਨਹੀਂ ਹੈਗਾ ਜਿੱਥੇ ਉਹਨੇ ਜਿਹੜਾ ਥੱਲੇ ਨੂੰ ਗਈ ਉੱਥੇ ਪਾਣੀ ਘੱਟ ਸੀਗਾ And she cracked her head on the floor. ਔਰ ਉਹਦਾ ਜਿਹੜਾ ਸਿਰ ਸੀਗਾ ਉਹ ਫੇ ਉੱਥੇ ਜਾ ਕੇ ਲੱਗਾ And it broke her neck. ਔਰ ਉਹਦਾ ਜਿਹੜਾ ਸੀਗਾ ਉਹਦੀ ਗਰਦਨ ਟੁੱਟ ਗਈ And it left her paralyzed from the neck down. ਔਰ ਫਿਰ ਜਿਹੜਾ ਉਹਦਾ ਥੱਲੇ ਵਾਲਾ ਹਿੱਸਾ ਗਲ ਤੋਂ ਥੱਲੇ ਉਹਦਾ ਜਿਹੜਾ ਸਰੀਰ ਸੀ ਉਹ ਚੱਲਣਾ She ਫਿਰਨਾ ਬੰਦ ਹੋ knows what it means when Paul says the outward man is perishing. ਔਰ ਉਹਨੂੰ ਪਤਾ ਆ ਕਿ ਪੌਲਸ ਇੱਥੇ ਕੀ ਗੱਲ ਕਰ ਰਿਹਾ ਕਿ ਜਿਹੜਾ ਬਾਹਰੋਂ ਸਰੀਰ ਆ ਉਹ ਨਾਸ਼ ਹੋ ਰਿਹਾ But Joni will testify to the fact that she only started to be renewed inwardly and know God intimately after the accident. ਪਰ ਉੱਥੇ ਜੋਨੀ ਨੇ ਆਪਣੇ ਕੀ ਲਿਖਿਆ ਉਹਨੇ ਕਿਹਾ ਕਿ ਮੈਂ ਉਦੋਂ ਮਹਿਸੂਸ ਕੀਤਾ ਪਰਮੇਸ਼ਰ ਦੀ ਤਾਕਤ ਨੂੰ ਸਮਰਥਾ ਨੂੰ ਜਦੋਂ ਮੇਰਾ ਇਹ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਮੈਂ ਮਹਿਸੂਸ ਕਰਨਾ ਸ਼ੁਰੂ And ਕੀਤਾ more recently, she was diagnosed with cancer. ਔਰ ਹੁਣ ਇਹਨਾਂ ਦਿਨਾਂ ਦੇ ਵਿੱਚ ਉਹਨੂੰ ਜਿਹੜੀ ਕੈਂਸਰ ਆ ਉਹ ਵੀ ਦੱਸੀ ਗਈ ਆ And she said this, ਔਰ ਉਹਨੇ ਕਿਹਾ if the cancer kills me, it will not have defeated me. ਔਰ ਉਹ ਕਹਿੰਦੀ ਹੈ ਕਿ ਜੇ ਕੈਂਸਰ ਦੀ ਬਿਮਾਰੀ ਮੈਨੂੰ ਮਾਰ ਵੀ ਦੇਵੇ ਇਹਦਾ ਮਤਲਬ ਇਹ ਨਹੀਂ ਕਿ ਕੈਂਸਰ ਨੇ ਜਿੱਤ ਪਾ ਲਈ ਆ
She said, it'll only defeat me ਔਰ ਕਿਹਾ ਕਿ ਫੇਰ ਹੀ ਉਹ ਮੈਨੂੰ ਮਾਰੂਗੀ if it lessens my love for Christ. ਕਿ ਜੇ ਮੇਰਾ ਪ੍ਰਭੂ ਦੇ ਵਾਸਤੇ ਪਿਆਰ ਘਟ ਜਾਵੇ ਤਾਂ Joni knows that God can use these things to renew us inwardly. ਔਰ ਜੋਨੀ ਨੂੰ ਪਤਾ ਹੈ ਕਿ ਪਰਮੇਸ਼ਰ ਕਈ ਵਾਰੀ ਇਸ ਤਰ੍ਹਾਂ ਦੀਆਂ ਗੱਲਾਂ ਜਾਂ ਹਾਲਾਤ ਇਸਤੇਮਾਲ ਕਰ ਦਿੰਦਾ ਤਾਂ ਕਿ ਸਾਨੂੰ ਅੰਦਰੋਂ ਤਕੜੇ ਕਰੇ Whatever our state this morning, ਔਰ ਅੱਜ ਸਵੇਰ ਭਾਵੇਂ ਸਾਡੇ ਕਿਸ ਤਰ੍ਹਾਂ ਦੇ ਵੀ ਹਾਲਾਤ ਹੋਣ physically in our body, ਔਰ ਸਾਡੇ ਸਰੀਰ ਦੇ ਵਿੱਚ ਹੋ ਸਕਦਾ we may even struggle to get up every morning. ਔਰ ਹੋ ਸਕਦਾ ਸਾਨੂੰ ਸਵੇਰ ਜਿਹੜਾ ਉੱਠਣਾ ਬੜਾ ਮੁਸ਼ਕਲ ਲੱਗਦਾ ਹੋਵੇ Be assured that God loves you ਔਰ ਇਹ ਧਿਆਨ ਦੇਣਾ ਯਕੀਨ ਰੱਖਣਾ ਹੈ and He will renew you inwardly day by day. ਔਰ ਇਹ ਖਿਆਲ ਰੱਖਣਾ ਕਿ ਪਰਮੇਸ਼ਰ ਸਾਨੂੰ ਰੋਜ਼ ਜ਼ਿੰਦਗੀ ਦੇ ਵਿੱਚ ਨਵੇਂ ਬਣਾਈ ਜਾਊਗਾ Therefore, do not lose heart. ਔਰ ਇਸ ਕਰਕੇ ਹੌਸਲਾ ਨਹੀਂ ਹਾਰਨਾ So, firstly, ਪਹਿਲੀ ਗੱਲ we do not lose heart ਅਸੀਂ ਇਸ ਕਰਕੇ ਹੌਸਲਾ ਨਹੀਂ ਹਾਰਦੇ despite our difficult circumstances. ਕਿ ਭਾਵੇਂ ਸਾਡੇ ਕਿਸ ਤਰ੍ਹਾਂ ਦੇ ਵੀ ਜਿਹੜੇ ਹਾਲਾਤ ਹੈ ਮੁਸ਼ਕਲਾਂ ਹੋਣ Why? ਕਿਉਂ Because the second point, we have a treasure in earthen vessels. ਕਿਉਂਕਿ ਦੂਸਰੀ ਗੱਲ ਕਿ ਜਿਹੜਾ ਸਾਨੂੰ ਖਜ਼ਾਨਾ ਇਹ ਮਿੱਟੀ ਦੇ ਭਾਂਡਿਆਂ 'ਚ ਪਰਮੇਸ਼ਰ ਨੇ ਪਾਇਆ ਹੋਇਆ Thirdly, outwardly, we are perishing, but the inward man is being renewed. ਔਰ ਤੀਸਰੀ ਗੱਲ ਕਿ ਜਦੋਂ ਭਾਵੇਂ ਅਸੀਂ ਬਾਹਰੋਂ ਤਾਂ ਕਮਜ਼ੋਰ ਹੋ ਰਹੇ ਹਾਂ ਪਰ ਅੰਦਰੋਂ ਸਾਨੂੰ ਪਰਮੇਸ਼ਰ ਤਕੜੇ ਕਰ ਰਿਹਾ And finally, ਔਰ ਅਖੀਰ we ਦੇ ਵਿੱਚ do not lose heart ਔਰ ਇਸ ਕਰਕੇ ਅਸੀਂ ਹੌਸਲਾ ਨਹੀਂ ਹਾਰਦੇ because of the glory we will receive. ਕਿ ਉਹ ਕਿ ਜਿਹੜਾ ਇੱਕ ਦਿਨ ਮਹਿਮਾ ਵਾਲਾ ਦਿਨ ਜਾਂ ਉਹ ਮਹਿਮਾ ਜਿਹੜੀ ਇਸ ਨੂੰ ਪ੍ਰਾਪਤ ਕਰਾਂਗੇ Verse 17 and 18, he saves the best until last. ਔਰ 17 ਤੇ 18 ਜਦੋਂ ਕਿ ਇਹ ਬਹੁਤ ਸੋਹਣੀ ਗੱਲ ਜਿਹੜੀ ਅਖੀਰ ਦੇ ਵਿੱਚ ਸਾਂਭ ਕੇ ਰੱਖਦਾ ਹੈ Look at verse 17. 17 Verse 16 says, therefore we do not lose heart, even though, so that's verse 16. And then verse 17, he says this, for our light affliction, which is but for a moment, is working for us a far more exceeding and eternal weight of glory. ਔਰ ਜਦੋਂ ਉਹ ਗੱਲ ਸ਼ੁਰੂ ਕਰਦਾ ਹੈ 16 ਦੇ ਵਿੱਚ ਵੀ ਅਸੀਂ ਹੌਸਲਾ ਨਹੀਂ ਹਾਰਦੇ ਤੇ 17 ਚ ਕਹਿੰਦਾ ਆ ਇਸ ਕਰਕੇ ਕਿਉਂ ਜੋ ਸਾਡਾ ਹੌਲਾ ਜਿਹਾ ਕਸ਼ਟ ਜਿਹੜਾ ਛਿਨ ਭਰਦਾ ਹੈ ਭਾਰੀ ਸਗੋਂ ਅੰਤ ਭਾਰੀ ਅਤੇ ਸਦੀਪਕ ਵਡਿਆਈ ਨੂੰ ਸਾਡੇ ਲਈ ਤਿਆਰ ਕਰਦਾ ਹੈ Paul calls his suffering light, a light affliction, ਔਰ ਪੌਲਸ like a feather. ਔਰ ਪੌਲਸ ਕਹਿੰਦਾ ਕਿ ਹੁਣ ਇਹ ਜਿਹੜੀਆਂ ਹੈਗੀਆਂ ਆ ਇਹ ਬਹੁਤ ਹਲਕੀਆਂ ਜੀਆਂ ਇਹ ਜਿਹੜੇ ਹੈਗੀਆਂ ਮੁਸੀਬਤਾਂ What's wrong with him? ਔਰ ਉਹਦੇ ਨਾਲ ਕੀ Has this man lost his mind? ਕੀ ਉਹਨੂੰ ਕੋਈ ਸਮਝ ਨਹੀਂ ਪਾਗਲ ਬੰਦਾ ਹੋ ਗਿਆ ਇਹ All his whippings, all his beatings, all his imprisonments. ਔਰ ਜਦੋਂ ਉਹ ਕਹਿੰਦਾ ਕਿ ਇਹ ਜਿਹੜਿਆ ਸਾਰਾ ਕੁਝ ਉਹਨੂੰ ਕੁੱਟਿਆ ਮਾਰਿਆ ਗਿਆ ਮਸੀਤਾਂ ਦੇ ਲੰਘਿਆ ਕਹਿੰਦਾ ਕਿ ਇਹ ਤਾਂ ਕੁਛ ਹੌਲਾ ਜਿਹਾ ਕੰਮ ਨਹੀਂ ਆ The daily pressures that he faced. ਕਿ ਜਦੋਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਜਿਹੜੇ ਉਹ ਬੋਝ ਉਠਾ ਰਿਹਾ What do we say when we have problems? ਅਸੀਂ ਕੀ ਕਹਿੰਦੇ ਆ ਜਦੋਂ ਅਸੀਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਾਂ Are they light? ਕੀ ਉਹ ਹਲਕੇ ਆ No, they feel like heavy burdens that weigh us down. ਨਹੀਂ ਸਾਨੂੰ ਪਤਾ ਆ ਕਿ ਇਹ ਜਿਹੜੇ ਬੋਝ ਸਾਨੂੰ ਇਸ ਤਰ੍ਹਾਂ ਲੱਗਦਾ ਕਿ ਜਿਹੜੇ ਸਾਨੂੰ ਥੱਲੇ ਨੂੰ ਦਬਾਈ ਜਾਂਦੇ That ਆ drag us. ਕਿ ਜਿਹੜੇ ਸਾਨੂੰ ਘਸੀਟਦੇ ਆ They seem like big mountains that are impossible to climb. ਕਿ ਉਹ ਸਾਨੂੰ ਬਹੁਤ ਵੱਡੇ ਵੱਡੇ ਪਹਾੜ ਲੱਗਦੇ ਆ ਜਿਨ੍ਹਾਂ ਤੇ ਸਾਨੂੰ ਚੜ੍ਹਨਾ ਮੁਸ਼ਕਲ ਆ And Paul says here, ਪਰ ਇੱਥੇ ਪੌਲਸ ਕੀ ਕਹਿੰਦਾ ਆ the sleepless nights, the abuse, the criticism, the thorn in the flesh, it's light. ਉਹ ਕੀ ਕਹਿੰਦਾ ਕਿ ਭਾਵੇਂ ਮੈਂ ਬਹੁਤ ਮੁਸ਼ਕਲਾਂ ਦੇ ਲੰਘ ਕੇ ਗਿਆ ਮੈਂ ਨੀਂਦਰੇ ਕੱਟੇ ਆ ਭੁੱਖਾਂ ਵਿੱਚ ਰਿਹਾ ਆ ਕੁੱਟਾਂ ਖਾਧੀਆਂ ਆ And he says again in verse 17, which is for a moment, it's a moment. ਔਰ 17 ਚ ਕਹਿੰਦਾ ਕਿ ਇਹ ਥੋੜੇ ਸਮੇਂ ਦੇ ਵਾਸਤੇ ਹੀ ਆ I don't know how you feel when you're going through tough times. ਔਰ ਪਤਾ ਨਹੀਂ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਤੁਸੀਂ ਔਖੇ ਸਮੇਂ ਦੇ ਲੰਘ ਕੇ ਜਾ ਰਹੇ ਹੋ Time seems to drag forever. ਔਰ ਕੀ ਹੁੰਦਾ ਕਿ ਉਹਦਾ ਤਾਂ ਬੜਾ ਸਮਾਂ ਮੁੱਕਦਾ ਹੀ ਨਹੀਂਗਾ It doesn't seem like a moment. 1 minute feels like 1 hour. ਔਰ ਉਹ ਸਮਾਂ ਜਿਹੜਾ ਹੁੰਦਾ ਉਹ 1 ਮਿੰਟ ਲੱਗਦਾ ਘੰਟੇ ਵਰਗਾ I remember my cousin playing five-a-side football. He went into a tackle and he broke his shin. It snapped in two and you could see the bone. ਔਰ ਜਦੋਂ ਕੋਈ ਅਸੀਂ ਰੱਖ ਕੇ ਇਕੱਠੇ ਖੇਡਦੇ ਸੀਗੇ ਫੁੱਟਬਾਲ ਤਾਂ ਮੇਰੇ ਕਜ਼ਨ ਦੇ ਜਦੋਂ ਸੱਟ ਲੱਗੀ ਉਹਦੀ ਹੱਡੀ ਟੁੱਟ ਗਈ ਔਰ ਦਿਸਦਾ ਸੀਗਾ ਕਿ ਕਿਸ ਤਰ੍ਹਾਂ ਉਹ ਮੁਸ਼ਕਲ ਦੇ ਵਿੱਚ ਸੀ The ambulance took 20 minutes to come. ਔਰ ਜਿਹੜਾ ਐਂਬੂਲੈਂਸ ਨੇ ਆਉਣ ਦਾ ਸਮਾਂ ਸੀਗਾ ਲਾਤਾ 20 ਮਿੰਟ ਲਾਤੇ And he said 20 minutes felt like 20 hours. ਔਰ ਕਹਿੰਦਾ ਕਿ ਜਿਹੜੇ 20 ਮਿੰਟ ਉਹ ਸੀਗੇ ਉਹ ਮੈਨੂੰ ਲੱਗਦਾ ਸੀ ਜਿੱਦਾਂ 20 ਘੰਟੇ ਬੀਤ ਗਏ Paul says, my afflictions are light like a feather and for a moment. ਔਰ ਇੱਥੇ
ਕੀ ਕਹਿੰਦਾ ਆ ਪੌਲਸ ਕਹਿੰਦਾ ਕਿ ਇਹ ਜਿਹੜਾ ਆ ਸਮਾਂ ਇਹ ਥੋੜੇ ਸਮੇਂ ਦੀ ਗੱਲ ਹੀ ਆ How can he say that? ਉਹ ਕਿਸ ਤਰ੍ਹਾਂ ਇਹ ਕਹਿ ਸਕਦਾ ਆ It's because he is comparing and weighing everything in the light of eternity. ਔਰ ਇਸ ਕਰਕੇ ਉਹ ਕਹਿ ਸਕਦਾ ਕਿਉਂਕਿ ਕਹਿੰਦਾ ਕਿ ਇਹ ਥੋੜਾ ਹੀ ਸਮਾਂ ਆ ਪਰ ਜਦੋਂ ਦੇਖਦਾ ਕਿ ਜਿਹੜਾ ਸਵਰਗ ਦੇ ਵਿੱਚ ਜਿਹੜਾ ਸਦੀਪ ਕਾਲ ਦਾ ਸਮਾਂ ਕਹਿੰਦਾ ਕਿ ਕਦੀ ਉਹ ਮੁੱਕਣਾ ਹੀ ਨਹੀਂ ਉਹਦੇ ਵੱਲ ਜਦੋਂ ਦੇਖਦਾ ਹੈ Yes, afflictions seem to last forever. ਹਾਂ ਲੱਗਦਾ ਆ ਕਿ ਇਹ ਜਿਹੜੇ ਦੁੱਖ ਆ ਕਦੀ ਇਹ ਮੁੱਕਣੇ ਨਹੀਂ And they seem like a big weight. ਔਰ ਇਦਾਂ ਲੱਗਦਾ ਵੀ ਕਿ ਬਹੁਤ ਇਹ ਵੱਡੇ ਬੋਝ ਆ But Paul says in verse 18, ਪਰ ਪੌਲਸ ਕੀ ਕਹਿੰਦਾ 18 ਦੇ ਅਧ ਵਿੱਚ while we do not look at the things which are seen, stop looking at things which you can see, ਕਹਿੰਦਾ ਕਿ ਅਸੀਂ ਉਹਨਾਂ ਚੀਜ਼ਾਂ ਵੱਲ ਨਹੀਂ ਦੇਖਦੇ ਜਿਹੜੇ ਸਾਨੂੰ ਦਿਸਦੀਆਂ ਆ but at the things which are not seen. ਕਹਿੰਦਾ ਕਿ ਅਸੀਂ ਉਹਨਾਂ ਚੀਜ਼ਾਂ ਵੱਲ ਦੇਖਦੇ ਆ ਕਿ ਜਿਹੜੀਆਂ ਸਾਨੂੰ ਨਹੀਂ For the ਦਿਸਦੀਆਂ things which are seen are temporary, but the things which are not seen are eternal. ਕਹਿੰਦਾ ਕਿ ਇਹ ਜਿਹੜੇ ਦੁੱਖ ਆ ਜਾਂ ਜਿਹੜੀਆਂ ਮੁਸੀਬਤਾਂ ਆ ਜਿਹੜੀਆਂ ਤੁਹਾਨੂੰ ਥੋੜੇ ਸਮੇਂ ਦੇ ਦਿਸਦੀਆਂ ਆ ਪਰ ਅਸੀਂ ਉਹਨਾਂ ਵੱਲ ਧਿਆਨ ਦੇਣਾ ਜਿਹੜੀਆਂ ਹਮੇਸ਼ਾ ਦੇ ਵਾਸਤੇ ਆ He's saying, look at eternity. ਉਹ ਕਹਿੰਦਾ ਕਿ ਦੇਖੋ ਜਿਹੜਾ ਸਦੀਪ ਕਾਲ ਦਾ ਸਮਾਂ ਜਿਹੜਾ ਕਦੀ ਮੁੱਕਣਾ ਹੀ And ਨਹੀਂ compared to eternity, your affliction is for a moment and it's light. ਔਰ ਕਹਿੰਦਾ ਕਿ ਇਹ ਦੇਖਣਾ ਆ ਕਿ ਉਹ ਜਿਹੜਾ ਸਮਾਂ ਕਦੀ ਮੁੱਕਣਾ ਨਹੀਂ ਹੈਗਾ ਹੁਣ ਇਹ ਸਮਾਂ ਜਿਹੜਾ ਉਹ ਥੋੜੇ ਜਿਹਾ ਸਮਾਂ ਹੀ ਆ Let's say we suffered throughout the whole of our lives. ਔਰ ਮੰਨ ਲਓ ਕਿ ਮਿਸਾਲ ਦੇ ਤੌਰ ਤੇ ਕਿ ਅਸੀਂ ਸਾਰੀ ਜ਼ਿੰਦਗੀ ਇੱਥੇ ਦੁੱਖ ਹੀ ਕੱਟਿਆ Let's say we had a disease, a rare disease. ਔਰ ਹੋ ਸਕਦਾ ਕਿ ਸਾਨੂੰ ਕੋਈ ਇਸ ਤਰ੍ਹਾਂ ਦੀ ਕੋਈ ਦੁੱਖ ਹੋਵੇ ਬਿਮਾਰੀ And ਦੱਸ we ਹੋਵੇ woke up in the morning and we had terrible pain. ਔਰ ਅਸੀਂ ਸਵੇਰ ਨੂੰ ਸਵੇਰ ਉੱਠਦੇ ਹਾਂ ਤੇ ਸਾਨੂੰ ਬਹੁਤ ਜਿਹੜਾ ਦੁੱਖ And ਆ this lasted throughout the day. ਔਰ ਇਹ ਕਿ ਸਾਰਾ ਦਿਨ ਇਹ ਸਾਡਾ ਹੀ ਹਾਲ ਰਹਿੰਦਾ ਆ And we have to take strong drugs. ਔਰ ਜਿਹੜੇ ਸਾਨੂੰ ਫਿਰ ਬਹੁਤ ਜਿਹੜੇ ਤਕੜੇ ਜਿਹੜੇ ਸਟਰੋਂਗ ਸਾਨੂੰ ਮੈਡੀਸਿਨ ਲੈਣੀ Let's ਪੈਂਦੀ say ਹੈ we live to 80 years. ਔਰ ਮੰਨ ਲਓ ਕਿ ਜਿਹੜੀ ਸਾਡੀ ਉਮਰ ਆ ਉਹ 80 ਸਾਲ ਬੀਤ From ਜਾਂਦੀ the ਹੈ day we're born to the day we die, we're in excruciating pain. That's Okay. a lot of suffering. ਕਿ ਜਦੋਂ ਤੋਂ ਅਸੀਂ ਜਨਮ ਲਿਆ ਆ 80 ਸਾਲ ਦੀ ਉਮਰ ਤੱਕ ਅਸੀਂ ਸਾਰੀ ਉਮਰ ਜਿਹੜਾ ਉਹ ਦੁੱਖ ਹੀ ਭੋਗਿਆ ਬਹੁਤ ਹੀ ਲੰਬਾ ਦੁੱਖ ਆ Paul is saying, ਪਰ ਪੌਲਸ ਕੀ ਕਹਿੰਦਾ ਆ he's saying, compare that to billions and billions of years in glory. ਪਰ ਕਹਿੰਦਾ ਪੌਲਸ ਕਹਿੰਦਾ ਕਿ ਤੁਸੀਂ ਇਹ ਦੇਖਣਾ ਆ ਕਿ ਜਦੋਂ ਤੁਸੀਂ ਇਹ ਸਾਲ ਥੋੜੇ ਦੇਖਦੇ ਆ ਇੱਥੇ ਧਰਤੀ ਦੇ ਦੁੱਖਾਂ ਦੇ ਪਰ ਜਿਹੜਾ ਸਮਾਂ ਸਵਰਗ ਦੇ ਵਿੱਚ ਜਿਹੜਾ ਉਹ ਗੱਲ ਕਰਦਾ ਕਹਿੰਦਾ ਕਿ ਉੱਥੇ ਕਰੋੜਾਂ ਦੇ ਹਿਸਾਬ ਨਾਲ ਜਿਹੜੇ ਸਾਲ ਹੋਣਗੇ 80 years is nothing. ਕਿ ਜਿਹੜੇ 80 ਸਾਲ ਆ ਉਹ ਕਹਿੰਦਾ ਕੁਝ ਵੀ ਨਹੀਂ It's like a little blip compared to the millions and millions of years you'll have ਕਹਿੰਦਾ in ਕਿ glory. ਉਹ ਫਿਰ ਜਿਹੜੀ ਇਹ ਲੱਗਦੀ ਆ ਇਹ ਬਹੁਤ ਛੋਟਾ ਜਿਹਾ ਸਮਾਂ ਇੱਕ ਛਿਨ ਭਰ ਜਿਹਾ ਕਹਿੰਦਾ ਆ ਜਦੋਂ ਅਸੀਂ ਦੇਖਦੇ ਆ ਕਿ ਉੱਥੇ ਜਿਹੜਾ ਸਮਾਂ ਕਦੀ ਖਤਮ ਨਹੀਂ ਹੋਣਾ Compared to that, ਕਹਿੰਦਾ ਕਿ ਉਹਦੇ ਨਾਲ ਰਲਾ ਕੇ ਫਿਰ ਦੇਖੋ ਤੁਸੀਂ your burden is light and for a moment. ਪਰ ਫਿਰ ਕਹਿੰਦਾ ਕਿ ਇਹ ਜਿਹੜੇ ਆ ਦੁੱਖ ਆ ਉਹ ਥੋੜੇ ਸਮੇਂ ਦੇ ਆ ਤੇ ਹੌਲੇ ਜਿਹੇ ਆ So therefore, brother, sister, do not lose heart. ਔਰ ਇਸ ਕਰਕੇ ਭੈਣੋ ਭਾਈਏ ਤੁਸੀਂ ਹੌਸਲਾ ਨਾ ਹਾਰੋ Think of the glory you'll ਕਿ receive. ਤੁਸੀਂ ਉਹਦੇ ਵੱਲ ਦੇਖੋ ਜੋ ਤੈਨੂੰ ਮਹਿਮਾ Think of how you'll share in God's kingdom one day. ਕਿ ਇੱਕ ਦਿਨ ਉਹ ਕਿ ਜਦੋਂ ਸਮਾਂ ਪ੍ਰਭੂ ਦੇ ਉਹਦੇ ਹਿੱਸੇ ਉਹਦੇ ਰਾਜ ਵਿੱਚ ਸ਼ਾਮਲ ਹੋਣਾ Think of how you'll be royalty one day. ਕਿ ਕਿਸ ਤਰ੍ਹਾਂ ਜਿਹੜਾ ਉਹ ਰਾਜ ਘਰਾਣਾ ਆ ਉਹਦੇ ਵਿੱਚ ਤੁਸੀਂ ਸ਼ਾਮਲ Think ਹੋਣਾ of all the riches you'll inherit in Christ. ਕਿ ਉਹ ਕਿ ਜੋ ਕੁਝ ਮਸੀਹ ਦੇ ਵਿੱਚ ਸਾਨੂੰ ਮਿਲਣ ਵਾਲਾ ਆ Think of how you'll feast and fellowship with Christ. ਕਿ ਕਿਸ ਤਰ੍ਹਾਂ ਉਹ ਜਿਹੜੀ ਦਾਵਤ ਹੋਊਗੀ ਜਦੋਂ ਅਸੀਂ ਪ੍ਰਭੂ ਦੇ ਨਾਲ ਬੈਠ ਕੇ ਖਾਣਾ ਖਾਵਾਂਗੇ And you'll know close intimacy with Him and all of God's people. ਕਿ ਉਹ ਕਿ ਜਿਹੜਾ ਫਿਰ ਉੱਥੇ ਜਿਹੜਾ ਅੰਦਰੂਨੀ ਰਿਸ਼ਤਾ ਪ੍ਰਭੂ ਦੇ ਨਾਲ ਹੋਊਗਾ ਔਰ ਜਿਹੜੇ ਪ੍ਰਭੂ ਦੇ ਲੋਕ ਆ ਜਦੋਂ ਉਹਨਾਂ ਦੇ ਨਾਲ ਹੋਊਗਾ Think of the new heaven. Think of the new earth. ਕਿ ਉਹ ਨਵਾਂ ਆਕਾਸ਼ ਨਵੀਂ ਧਰਤੀ ਉਹਦੇ ਬਾਰੇ ਸੋਚੋ Think of how God will wipe away every tear. ਕਿ ਸੋਚੋ ਕਿ ਜਦੋਂ ਪਰਮੇਸ਼ਰ ਸਾਰੀਆਂ ਜਿਹੜੇ ਹੰਝੂ ਆ ਸਾਡੀ ਅੱਖਾਂ ਤੋਂ ਪੂੰਝ ਦਊਗਾ Think of it, no more death. ਉਹ ਸੋਚੋ ਕਿ ਜਦੋਂ ਉੱਥੇ ਕੋਈ ਮੌਤ ਹੀ ਨਹੀਂ No ਹੋਊਗੀ more sorrow, no more crying. ਕਿ ਉੱਥੇ ਕੋਈ ਦੁੱਖ ਨਹੀਂ ਪੀੜਾ ਹੋਣਗੇ ਨਾ ਕੋਈ ਉੱਥੇ ਰੋਣਾ ਹੋਊਗਾ Everything will be made new. ਕਿ ਸਾਰਾ ਕੁਝ ਜੋ ਹੈ ਨਵਾਂ ਬਣਾਇਆ ਜਾਊਗਾ No more perishing of the body. ਕਿ ਉੱਥੇ ਜਿਹੜਾ ਸਰੀਰ ਆ ਫਿਰ ਉਹ ਕਦੀ ਨਾਸ਼ ਨਹੀਂ ਹੋਊਗਾ No more tramadols. ਕਿ ਉੱਥੇ ਇਹ ਨਹੀਂ ਕਿ ਜਿਹੜੇ ਫਰਕ ਜਿਹੜੇ ਦਵਾਈਆਂ ਖਾਣ ਦੀ No ਲੋੜ more ਹੈ vitamin tablets. ਕਿ ਉੱਥੇ ਜਿਹੜੇ ਵਿਟਾਮਿਨ ਟੈਬਲੇਟ ਸਾਨੂੰ ਲੋੜ ਦੀ ਨਹੀਂ No ਪੈਣੀ more walking sticks. No more inhalers. ਕਿ ਉੱਥੇ ਜਿਹੜਾ ਆ ਸਾਨੂੰ
ਸੋਟੀ ਲੈ ਕੇ ਨਹੀਂ ਤੁਰਨਾ ਪਊਗਾ ਜਾਂ No ਸਾਨੂੰ more ਜਿਹੜਾ ਸਾਹ ਨਹੀਂ ਆਉਂਦਾ। paracetamols, no more operations. ਕਿ ਉੱਥੇ ਜਿਹੜੇ ਆ ਫਿਰ ਸਾਨੂੰ ਫਰਕ ਦਵਾਈਆਂ ਪੈਰਾਸੀਟਮਲ ਜਾਂ ਉੱਥੇ ਸਾਨੂੰ ਸਰਜਰੀ ਵਗੈਰਾ ਕਰਾਉਣ ਦੀ ਨੀ ਲੋੜ No more ਪਊਗੀ। disease, no more virus. ਔਰ ਉੱਥੇ ਕੋਈ ਇਸ ਤਰ੍ਹਾਂ ਦੀ ਜਿਹੜੀ ਵਾਇਰਸ ਆ ਜਾਂ ਕੋਈ ਉੱਥੇ ਬਿਮਾਰੀ ਕੋਈ ਨਹੀਂ ਹੋਊਗੀ No more hospitals. ਔਰ ਉੱਥੇ ਹਸਪਤਾਲ ਨਹੀਂ ਹੋਣਗੇ No more funerals. ਔਰ ਉੱਥੇ ਜਿਹੜੇ ਆ ਜਨਾਜ਼ੇ ਨਹੀਂ ਹੋਣਗੇ And we will rule and reign with Christ forever. ਔਰ ਕਿ ਜਦੋਂ ਅਸੀਂ ਮਸੀਹ ਦੇ ਨਾਲ ਰਲ ਕੇ ਹਮੇਸ਼ਾ ਦੇ ਵਾਸਤੇ ਰਾਜ ਕਰਾਂਗੇ। So I say to you this morning, ਔਰ ਅੱਜ ਜਿਹੜਾ ਸਵੇਰ ਇਹ ਤੈਨੂੰ ਕਿਹਾ ਜਾਂਦਾ ਆ if you are ਕਿ discouraged, ਜੇ ਅੱਜ ਤੁਸੀਂ ਹੌਸਲਾ ਹਾਰ ਚੁੱਕੇ ਆ be encouraged. ਕਿ ਤੁਸੀਂ ਹੌਸਲਾ ਫੜੋ ਉਹਨੂੰ Take confidence. ਕਿ ਤੁਸੀਂ ਜਿਹੜਾ ਭਰੋਸਾ ਰੱਖੋ Be strengthened. ਕਿ ਤੁਸੀਂ ਤਕੜੇ ਹੋਵੋ Be brave. ਤੁਸੀਂ ਦਲੇਰ ਹੋਵੋ Carry on. ਅੱਗੇ ਵਧੀ ਜਾਓ Don't quit. ਕਿ ਤੁਸੀਂ ਛੱਡਣ ਹਾਰ ਨਾ Be ਮੰਨ ਲਓ strong, whatever your ਕਿ situation. ਭਾਵੇਂ ਕਿਸ ਤਰ੍ਹਾਂ ਦੇ ਤੁਹਾਡੇ ਹਾਲਾਤ ਹੈਗੇ ਉਹ ਤੁਸੀਂ ਮਜ਼ਬੂਤ ਹੋਵੋ Have stickability. ਕਿ ਤੁਸੀਂ ਉਸ ਕੰਮ ਵਿੱਚ ਲੱਗੇ ਰਹੋ Keep on evangelizing. ਕਿ ਜੇ ਜਿਹੜਾ ਵਚਨ ਹੈ ਉਹਨੂੰ ਫਲਾਈ Keep on living for Christ. ਕਿ ਜਿਹੜਾ ਮਸੀਹ ਦੇ ਵਿੱਚ ਜੀਣਾ ਆ ਮਸੀਹ ਦੇ ਵਾਸਤੇ ਜੀਵੀ ਜਾ Be encouraged. ਕਿ ਤੁਸੀਂ ਇਸ ਵੇਲੇ ਹੌਸਲੇ ਵਾਲੇ ਹੋਵੋ Do not lose heart. ਕਿ ਆਪਣਾ ਜਿਹੜਾ ਦਿਲ ਆ ਤੁਸੀਂ ਉਹਨੂੰ ਹਾਰਨਾ Despite your situation and ਕਿ circumstances. ਭਾਵੇਂ ਕਿਸ ਤਰ੍ਹਾਂ ਦੇ ਜਿਹੜੇ ਆ ਹਾਲਾਤ ਆ ਮੁਸ਼ਕਲਾਂ ਆ Because we have a treasure. We have the gospel, the greatest message in the world. ਕਿਉਂਕਿ ਸਾਡੇ ਕੋਲ ਜਿਹੜਾ ਖਜ਼ਾਨਾ ਆ ਇਹਨਾਂ ਭਾਂਡਿਆਂ ਵਿੱਚ ਪਾਇਆ ਹੋਇਆ ਇਹ ਸਭ ਤੋਂ ਵੱਡਾ ਜਿਹੜਾ ਖੁਸ਼ਖਬਰੀ ਆ Outwardly we are perishing, but inwardly we are being made like Christ. ਕਿ ਬਾਹਰੋਂ ਤੇ ਅਸੀਂ ਜ਼ਰੂਰ ਜਿਹੜੇ ਉਹ ਅਸੀਂ ਕਮਜ਼ੋਰ ਹੋ ਜਾਂਦੇ ਪਰ ਅਸੀਂ ਅੰਦਰੋਂ ਤਕੜੇ ਮਜ਼ਬੂਤ ਕੀਤੇ ਨੇ ਤੇ ਮਸੀਹ ਵਰਗੇ ਬਣ And our ਜਾਂਦੇ affliction is light. ਔਰ ਇਹ ਜਿਹੜੇ ਸਾਡੇ ਜਿਹੜੇ ਗਮ ਆ ਹੌਲੇ ਆ It's like a feather. ਕਿ ਇਸ ਤਰ੍ਹਾਂ ਜਿਹੜੇ ਖੰਭਾਂ ਵਾਂਗੂ ਹਲਕੇ ਆ It's for a moment, a second, ਔਰ ਇਹ ਕਿ ਜਿਹੜੇ ਥੋੜੇ ਸਮੇਂ ਦੇ ਵਾਸਤੇ ਆ compared to the glory we will receive. ਕਿ ਉਹ ਕਿ ਜਿਹੜੀ ਮਹਿਮਾ ਅਸੀਂ ਹਮੇਸ਼ਾ ਦੇ ਵਾਸਤੇ ਪਾਵਾਂਗੇ And therefore, ਔਰ ਇਸ ਕਰਕੇ be encouraged ਹੌਸਲਾ ਤੁਸੀਂ ਨਾ ਹਾਰੋ and do not lose heart. ਔਰ ਤੁਸੀਂ ਆਪਣੇ ਦਿਲ ਦੇ ਵਿੱਚ ਹਾਰ ਨਾ ਮੰਨ ਲਵੋ Amen. ਆਮੀਨ। We will have our final hymn, ਹੁਣ ਅਸੀਂ ਅਕੀਲਾ ਗੀਤ ਗਾਵਾਂਗੇ and we will worship in song together as the words and the music comes upon the screen. ਔਰ ਜਿਸ ਤਰ੍ਹਾਂ ਮਿਊਜ਼ਿਕ ਔਰ ਜਿਹੜੇ ਲਫ਼ਜ਼ ਆ ਸਕਰੀਨ ਤੇ ਆਉਂਦੇ ਰਲ ਕੇ ਗਾਵਾਂਗੇ। God.
now close the meeting in prayer. ਆਓ ਅਸੀਂ ਪ੍ਰਾਰਥਨਾ ਕਰਕੇ ਮੀਟਿੰਗ ਬੰਦ ਕਰੀਏ। Father in heaven, ਸਵਰਗੀ ਪਿਤਾ, we know we live in a broken and a fallen world ਪਿਤਾ ਜੀ ਅਸੀਂ ਸੱਚਮੁੱਚ ਇਸ ਦੁਨੀਆ 'ਚ ਰਹਿ ਰਹੇ ਹਾਂ ਜਿਹੜੀ ਪਾਪ ਵਿੱਚ ਡਿੱਗੀ ਹੋਈ ਹੈ, where there is so much discouragement. ਔਰ ਜਿੱਥੇ ਪਰ ਜੀ ਬਹੁਤ ਸਾਰਾ ਦਿਲ ਕਈ ਵਾਰੀ ਹਾਰ ਜਾਂਦਾ ਹੈ, And as Christians, we can lose heart. ਔਰ ਕਈ ਵਾਰੀ ਅਸੀਂ ਸੱਚਮੁੱਚ ਅਸੀਂ ਜਿਹੜਾ ਹੌਸਲਾ ਹਾਰ ਦਿੰਦੇ ਹਾਂ। So help us, ਔਰ ਸਾਡੀ ਤੁਸੀਂ ਮਦਦ as ਕਰੋ, we heard this morning, ਜਿਸ ਤਰ੍ਹਾਂ ਅੱਜ ਅਸੀਂ ਸੁਬਾਹ ਸੁਣਿਆ। to consider the great apostle Paul and his circumstances. ਔਰ ਜਦੋਂ ਕਿ ਇੱਕ ਇਹ ਵੱਡਾ ਰਸੂਲ, ਔਰ ਜਦੋਂ ਅਸੀਂ ਉਹਦੇ ਹਾਲਾਤਾਂ ਵੱਲ ਦੇਖਦੇ ਹਾਂ, And yet he says, I do not lose heart, ਔਰ ਫਿਰ ਵੀ ਕੀ ਕਹਿੰਦਾ ਪੌਲਸ ਕਿ ਮੈਂ ਹੌਸਲਾ ਨਹੀਂ ਹਾਰਦਾ, because we have this treasure, the gospel. ਕਿਉਂਕਿ ਇਹ ਜਿਹੜਾ ਖਜ਼ਾਨਾ ਖੁਸ਼ਖਬਰੀ ਦਾ ਸਾਨੂੰ ਦਿੱਤਾ ਗਿਆ Inwardly, we are being renewed. ਕਿ ਅਸੀਂ ਅੰਦਰੋਂ ਤਕੜੇ ਕੀਤੇ ਜਾਂਦੇ ਹਾਂ, And Lord, the greatest thing is that one day we will be in glory. ਔਰ ਇੱਕ ਦਿਨ ਸਾਡੀ ਕੋ ਉਹ ਉਮੀਦ ਹੈ ਕਿ ਪ੍ਰਭੂ ਅਸੀਂ ਤੁਹਾਡੇ ਨਾਲ ਮਹਿਮਾ ਦੇ ਵਿੱਚ And when ਹੋਵਾਂਗੇ। we think of that, ਔਰ ਜਦੋਂ ਇਹ ਸਾਰਾ ਕੁਝ it ਸੋਚਦੇ ਹਾਂ, makes our burdens light like a feather and they seem like a moment. ਔਰ ਸੱਚਮੁੱਚ ਫਿਰ ਸਾਨੂੰ ਪ੍ਰਭੂ ਜੀ ਇਹ ਜਿਹੜੇ ਬੋਝ ਆ ਉਹ ਹਲਕੇ ਜਿਹੇ ਮਹਿਸੂਸ ਲੱਗਦੇ ਆ ਤੇ ਥੋੜੇ ਸਮੇਂ ਦੇ ਲੱਗਦੇ ਆ। So Lord, whatever we may face this week, ਔਰ ਇਸ ਹਫਤੇ ਪ੍ਰਭੂ ਜੀ ਅਸੀਂ ਜੋ ਵੀ ਕੁਝ ਮਹਿਸੂਸ ਕਰੀਏ, teach us not to lose heart, ਔਰ ਪ੍ਰਭੂ ਜੀ ਸਾਨੂੰ ਤੁਸੀਂ ਸਿਖਾਉਣਾ ਕਿ ਅਸੀਂ ਹੌਸਲਾ ਨਾ but to ਹਾਰੀਏ, continue to be strong in our faith. ਔਰ ਪ੍ਰਭੂ ਜੀ ਅਸੀਂ ਆਪਣੇ ਵਿਸ਼ਵਾਸ ਦੇ ਵਿੱਚ ਤਕੜੇ ਮਜ਼ਬੂਤ ਹੋਈਏ। For we ask it in Jesus' ਇਹ name. ਮੰਗਦੇ ਸਾਰਾ ਕੁਝ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ, Amen. ਆਮੀਨ। Thank you for listening to this message. For further information, visit www.emmanuelhansworth.org.uk.